ओ मेरे रब्बा की थुड़िया पिया सी सानू किसान बनाउण किन्नी हो। इदू तां चंगा सी किसे कुत्ते बिल्ले दी जून पा दिंदा। छड्डो मैनू। वो मैं की कीता है? छड्डो। ओए वो मैं की कहा थानू? वो मैनू क्या चक लिया ओए? ओ पिंड वालिया तुसी तां बोलो कुछ। मैनू तां सरपंच नाल पंगा लगदा 71 दा। ਅੱਜ ਤੜਕੇ ਬੋਲ ਬੁਲਾਰਾ ਹੋਇਆ ਸਰਪੰਚ ਨਾਲ। ਬੋਲ ਬੁਲਾਰਾ ਤਾਂ ਇਹਨੇ ਘਰੇ ਵੀ ਕੀਤਾ, ਘਰਦਿਆਂ ਨੂੰ ਵੀ ਗਾਲਾਂ ਗੂਲਾਂ ਕੱਢੀਆਂ ਨੇ। ਛੱਡੋ ਮਗਰਲੀਆਂ ਗੱਲਾਂ, ਅੱਗੇ ਦਾ ਪਤਾ ਕਰੋ ਕਾਹਦੇ ਚੱਕ ਲਿਆ ਪੁਲਿਸ ਨੇ। ਪਿਛਲੀ ਕਹਾਣੀ ਤੋਂ ਬਿਨਾ ਕੀ ਪਤਾ ਲੱਗੂ ਬਈ ਰਫੜ ਕੀ ਆ। ਜੀ ਕਰੀ ਆਇਆ ਨਾਨਕੇ ਗੇੜਾ ਲਾਣ ਨੂੰ ਹੈ, ਬੀਬੀ ਨੂੰ ਵੀ ਲਿਆਂਦਾ। ਬੀਬੀ ਤੋਂ ਕਿੱਥੇ ਆ ਜਾ ਹੁੰਦਾ ਮਾਮੀ, ਉਹ ਤਾਂ ਗੋਡਿਆਂ ਦੇ ਦਰਦ ਨੇ ਲਈ ਪਈ ਐ। ਤੇ ਮਾਮਾ ਕਿੱਥੇ ਆ? ਉਹ ਤਾਂ ਖੇਤ ਗਿਆ ਹੋਇਆ ਹੈ। ਪੁੱਤ ਤੂੰ ਹੀ ਦੀਪਿਆ ਸਮਝਾ ਕੇ ਦੇਖ ਲੈ, ਕੰਮ ਦਾ ਡੱਕਾ ਨਹੀਂ ਤੋੜਦਾ, ਸਾਰੀ ਦਿਹਾੜੀ ਮੋਟਰ ਤੇ ਬੈਠਾ ਸ਼ਰਾਬ ਡੱਫਦਾ ਰਹਿੰਦਾ। ਚਿੰਤਾ ਨਾ ਕਰ ਮਾਮੀ, ਮੈਂ ਸਮਝਾਉਣਾ ਮਾਮੇ ਨੂੰ। ਆ ਮੈਨੂੰ ਚਾਹ ਗੁੜ ਜਾ ਫੜਾ ਦੇ, ਮੈਂ ਖੇਤ ਹੀ ਚਲਾ ਜਾਣਾ, ਮੈਂ ਉੱਥੇ ਬੈਠ ਕੇ ਗੱਲ ਕਰੂੰਗਾ। ਆ ਵੀ ਭੈਣ ਜਾ, ਅੱਜ ਤਾਂ ਸੂਰਜ ਪੁੱਠੇ ਪਾਸੋਂ ਚੜਿਆ ਲੱਗਦਾ। ਸੂਰਜ ਤਾਂ ਸਹੀ ਚੜਿਆ ਮਾਮਾ, ਪਰ ਜਿਹੜਾ ਤੂੰ ਆ ਕੰਮ ਕਰ ਰਿਹਾ ਆ ਪੁੱਠਾ ਹੈ। ਹੋਰ ਜੱਟਾਂ ਨੇ ਕੀ ਕਰਨਾ ਭਾਣਜਾ, ਕੰਮ ਤਾਂ ਸਾਰੇ ਭਈਆਂ ਨੇ ਸਾਂਭੇ ਹੋਏ ਨੇ। ਆ ਤੇਰਾ ਮਾਮਾ ਆਪਣਾ ਗਵਾਂਢੀ ਆ, ਇਹਦੇ ਖੇਤ 'ਚ ਵੀ ਭਈਏ ਕੰਮ ਕਰਨ ਲੱਗੇ ਹੋਏ ਨੇ ਤੇ ਆਪਣੇ ਵੀ। ਅਸੀਂ ਦੋਵੇਂ ਦੱਸ ਵੇਲੇ ਕੀ ਕਰੀਏ, ਹਾਰ ਕੇ ਅਸੀਂ ਬੋਤਲ ਦਾ ਢੱਕਣ ਖੋਲ ਲਈਦਾ। ਕਿਉਂ ਭਾਣਜੇ, ਮਾਰ ਦਿਆ ਬੰਦਾ ਜੱਟ ਦੀ ਫਸਲ। ਖੇਤ ਪ੍ਰਵਾਸੀ ਮਜ਼ਦੂਰਾਂ ਦੇ ਹਵਾਲੇ ਤੇ ਆਪ ਮਾਲਕ ਨਸ਼ਿਆਂ ਦੀ ਦਰਦ, ਤੇ ਗਾਹਾਂ ਬੱਚਿਆਂ ਨੇ ਵੀ ਦੇਖੋ ਦੇਖੀ ਇਹੀ ਕੁਛ
ਫਸਲਾਂ ਉਹਨਾਂ ਚਿਰ ਹੀ ਬੰਦਾ ਮਾਰਦੀਆਂ ਨੇ ਮਾਮਾ ਜਿੰਨਾ ਚਿਰ ਜੱਟ ਆਪ ਖੇਤੀ ਕਰਦਾ ਸੀ। ਹੁਣ ਤਾਂ ਇਹ ਖੁਦਕੁਸ਼ੀਆਂ ਦੀ ਫਸਲ ਹੈ ਮਾਮਾ, ਖੁਦਕੁਸ਼ੀ। ਉਹ ਲੈ ਵੀ ਡੰਗਰ ਵਾਲਿਆ, ਚਾਹ ਪੀ ਲੈ। ਜੈ ਖਣੀ ਤਾਂ ਪਾਣੀ ਦਾ ਸਿਆਪਾ ਨਾ ਮੁੱਕਿਆ ਇਸ ਗੰਦੇ ਪਿੰਡ ਚੋਂ। ਪੈਰ ਦੇ ਤੜਕੇ ਦੀ ਉੱਠੀਆਂ, ਹਾਲੇ ਤੱਕ ਇੱਕ ਤੋੜਾ ਨਹੀਂ ਪਾਣੀ ਦਾ ਭਰਿਆ। ਢਹਿ ਜਾਣੇ ਸਰਪੰਚ ਕੇ ਸਾਰਾ ਹੀ ਪਾਣੀ ਸੂਤ ਲੈਂਦੇ ਨੇ। ਨਾ ਮਰਨੇ ਵਾਟਰ ਵਰਕਸ ਵਾਲੇ ਕੁਛ ਕਰਦੇ ਆ, ਸਾਰੇ ਹੀ ਮਰ ਕੇ ਟੰਗ ਆਈ ਪਈਆਂ ਇਸ ਗੰਦੇ ਟੱਬਰ ਤੋਂ। ओए भैये इधर पानी डोली है ना, बूटों में पानी डाल दे। अभी डाल देता हूँ बाबू जी, कोई बात नहीं। ओए इन्ना बूटा च नहीं, उधर जा। कोई बात नहीं। ओ सरदार जी, ओ मैं समझे कि बूटा में पानी पानी। ਸਰਪੰਚਾ ਜਮੀ ਸ਼ਰਮ ਲਾ ਰੱਖੀ ਐ। ਸਾਰਾ ਪਾਣੀ ਰੋਕੀ ਖੜੇ, ਗਾਹਾਂ ਵੀ ਲੰਘ ਜਾਣ ਦਿਆ ਕਰ ਤਿੱਪ। ओए कतरा की कमल मरी जाना, लगदा रात वाली उतरी नहीं हैगी। ओए शंभू लाए दा नशा। अबे ला देना सरदार जी। ਓ ਭਈਆ ਤੂੰ ਨਾ ਵਿੱਚ ਆਈ ਓਏ। अरे ऐसे कैसे नहीं आऊं? अड्डे नु बाहर। ਕੋਈ ਨਹੀਂ ਸਰਪੰਚਾ, ਦੇਖ ਲੂ ਤੈਨੂੰ ਵੀ। ओ जा काका अपने घरे जा, जवाक पाल ला। ਚੰਗਾ ਬੀਬੀ, ਮੈਂ ਚੱਲੀ ਸਕੂਲ। ਕੋਈ ਲੋੜ ਨਹੀਂ ਕੁੜੀਆਂ ਸਕੂਲ ਸਕਾਲ ਜਾਣ ਦੀ। ਚੱਲ ਬਹਿ ਜਾ ਕਰੇ, ਬਹੁਤ ਹੋ ਗਈਆਂ ਪੜਾਈਆਂ। ਆ ਜਾ ਵੀ ਡੰਗਰ ਵਾਲਿਆ, ਤੈਨੂੰ ਤੇਰੇ ਸਹੁਰੀ ਛੱਡ ਕੇ ਆਵਾਂ। ਉਹ ਲੈ ਚੱਲ ਖੜ ਜਾ ਕੇ ਰਾ। ਉਹ ਯਾਰ ਖੜ ਜਾ ਕੇ ਰਾ, ਇੱਕ ਮਿੰਟ। ਆ ਜਾਂਦੀ ਆ ਦੂਰੀ, ਰੋਕ ਕੇ ਦਿਖਾਵੇ ਤੂੰ। ਕਿਉਂ? ਆ ਲੈ ਚੱਕ, ਇਹ ਆ ਲੈ, ਹੁਣ ਕਰ ਗੱਲ। ਆ ਕਿਹੜਾ ਆਉਂਦਾ ਸਿਖਰ ਦੁਪਹਿਰੇ ਧੂੜਾਂ ਪੱਟਦਾ? ਹੋਣਾ ਕਿਹੜਾ? ਜਾਂ ਵੋਟਾਂ ਵਾਲੇ ਹੋਣਗੇ ਜਾਂ ਬੈਂਕ ਵਾਲੇ। ਆ ਇੱਕ ਹੋ ਜਾਂਦੀ ਆ। ਹਾਂ ਬਈ, ਮਹਿੰਦਰ ਸਿੰਘ ਕੌਣ ਆ ਤੁਹਾਡੇ ਚੋਂ? ਹਾਂਜੀ ਮਹਿੰਦਰ ਤਾਂ ਮੈਂ ਹੀ ਆ ਜੀ। ਸਾਨੂੰ ਫਿਰ ਥਾਣੇ ਜਾਣਾ ਪੈਣਾ। 2 ਕਿਸ਼ਤਾਂ ਟੁੱਟੀਆਂ ਹੋਈਆਂ ਨੇ ਟਰੈਕਟਰ ਦੀਆਂ, ਯਾਦ ਨਹੀਂ ਤੁਹਾਡੇ? 4 ਨੋਟਸ ਕੱਢ ਚੁੱਕੇ ਆ ਤੁਹਾਨੂੰ। ਇੱਕ ਵਾਰੀ ਥਾਣੇ ਚੱਲਣਾ ਪੈਣਾ ਸਰਦਾਰ ਜੀ, ਡਿਫਾਲਟਰ ਕੇਸ ਹੈ।
ਬੇਇੱਜ਼ਤੀ ਕਰਾਉਣ ਦਾ ਕੀ ਫਾਇਦਾ ਮਿੰਦਰਾ? ਭਰ ਕੇ ਕਿਸ਼ਤ ਪਰੇ ਕਰ ਯਾਰ ਤੂੰ। ਬੇਇੱਜ਼ਤੀ ਕਰਾਉਣ ਨੂੰ ਕਿਹੜਾ ਕਿਸੇ ਦਾ ਜੀ ਕਰਦਾ ਸਰਦਾਰ ਜੀ। ਪਿਛਲੇ ਸਾਲ ਨਰਮੇ ਨੂੰ ਸੁੰਡੀ ਪੈ ਗਈ, ਐਤਕੀ ਕਣਕ ਨਹੀਂ ਚੱਜ ਨਾਲ ਨਿਕਲੀ, ਕੁੱਲ ਮਿਲਾ ਕੇ ਆੜਤੀ ਦੇ ਵੀ ਪੂਰੇ ਨਹੀਂ ਹੋਏ। ਕਿਸ਼ਤ ਕਿੱਥੋਂ ਭਰ ਦਵਾਂ? ਇਹ ਤਾਂ ਤੂੰ ਟਰੈਕਟਰ ਲੈਣ ਵੇਲੇ ਸੋਚਣਾ ਸੀ। ਲਿਆ ਤਾਂ ਇਸੇ ਕਰਕੇ ਸੀ ਵੀ ਆਮਦਨ ਵਾਜੂ 4 ਪੈਸੇ ਆਉਣਗੇ, ਪਰ ਐਤਕੀ ਸਾਲੀ ਨਰਮੇ ਦੀ ਸਪਰੇਅ ਨਕਲੀ ਨਿਕਲ ਗਈ। ਉਹ ਬਾਈ ਇਹਦੇ 'ਚ ਕਿਹੜਾ ਕੋਈ ਬੜਿਆ? ਕੀ ਨਕਲੀ ਆ ਕੀ ਅਸਲੀ ਆ ਕੀ ਪਤਾ ਲੱਗਦਾ? ਸਭ ਪਤਾ ਲੱਗ ਜਾਂਦਾ ਸਰਦਾਰ ਜੀ, ਪਤਾ ਲੱਗ ਜਾਂਦਾ ਸਰਦਾਰ ਜੀ, ਸਭ ਪਤਾ ਲੱਗ ਜਾਂਦਾ ਕੀ ਅਸਲੀ ਹੈ ਕੀ ਨਕਲੀ ਹੈ। ਤੁਸੀਂ ਇਉਂ ਕਰੋ, ਮੈਨੂੰ 1 ਦਿਨ ਦੀ ਮੁਹਲਤ ਦਿਓ, ਮੈਂ ਕਰਦਾ ਪਤਾ ਅਸਲੀ ਨਕਲੀ ਦਾ। ਬਾਈ ਉੱਪਰੋਂ ਆਰਡਰ ਸਖਤ ਨੇ ਸਰਕਾਰ ਦੇ, ਸਾਡੇ ਅੱਡ ਬਾਂਹ ਦਿੱਤੀ ਪਈ ਆ, ਕਹਿੰਦੇ ਬੈਂਕਾਂ ਦੀ ਰਿਕਵਰੀ ਕਰਾਓ। ਤੂੰ ਦੇਖ ਲੈ ਜੇ ਕੱਲ ਤੱਕ ਜੁਗਾੜ ਬਣਦਾ, ਨਹੀਂ ਤਾਂ ਮੈਨੂੰ ਫੇਰ ਬੰਦੇ ਭੇਜਣੇ ਪੈਣਗੇ। ਨਹੀਂ ਸਰਦਾਰ ਜੀ, ਹੁਣ ਤੁਹਾਨੂੰ ਬੰਦੇ ਭੇਜਣ ਦੀ ਕੋਈ ਲੋੜ ਨਹੀਂ ਪੈਣੀ। ਚੰਗਾ ਜੀ, ਸਤਿ ਸ੍ਰੀ ਅਕਾਲ। ਵੱਡੇ ਜੱਟ। ਗੱਲ ਨਿੱਕੇ, ਘਬਰਾਇਆ ਹੋਇਆ ਕਿਉਂ ਹੈ ਤੂੰ? ਵੀਰੇ ਬਾਪੂ ਨੂੰ ਪੁਲਿਸ ਫੜ ਕੇ ਲੈ ਗਈ। ਹੈਂ? ਕਾਹ ਤੋਂ? ਕਹਿੰਦੇ ਟਰੈਕਟਰ ਦੀਆਂ ਕਿਸ਼ਤਾਂ ਨਹੀਂ ਭਰੀਆਂ ਆਪਾਂ ਨੇ। ਬੈਠ ਪਿੱਛੇ, ਚੱਲਦੇ ਆਂ ਆਪਾਂ। ਓਏ ਭੂਆ ਦੇ ਪੁੱਤਾ, ਤੂੰ ਇੱਥੇ ਕਿਵੇਂ? ਹੋ ਬੱਲੇ ਬਈ, ਮੇਰਾ ਗੇਲਾ ਬਾਈ ਮਿਲ ਗਿਆ। ਹੁਣ ਨਹੀਂ ਡਰ ਕਿਸੇ ਜੇਲ੍ਹ ਜੂਲ ਦਾ। ਆ ਜਾ ਫਿਰ ਦਿਖਾਵਾਂ ਤੇਰਾ ਬੈੱਡਰੂਮ। ਸਾਲੇ ਵੱਡੇ ਜੱਟ ਗਾਂਢ ਚ ਗੂਣੀ ਕਾਵਾਂ ਨਾਲ ਖਾਈਆਂ ਠੋਕੀਆਂ ਸਰਦਾਰੀਆਂ ਹੀ ਨੇ ਬੱਲੇ, ਮੁੱਛਾਂ ਨੂੰ ਵੱਟ ਦੇਣ ਜੋਗਰੀ ਨੇ। ਅੱਜ ਪਤਾ ਲੱਗਿਆ ਲਿਫਾਫੇ 'ਚ ਹਵਾ ਹੀ ਹਵਾ ਸੀ। ਟਰੈਕਟਰ ਤੇ ਚਮਕੀਲਾ ਲਾ ਕੇ ਤਾਂ ਐ ਲੱਗਦਾ ਸੀ ਜਿਵੇਂ ਨਗਦ ਕਢਾਇਆ ਹੁੰਦਾ। ਬੇਇੱਜ਼ਤੀ ਕਰਾਉਣ ਦਾ ਕੀ ਫਾਇਦਾ ਮਿੰਦਰਾ? ਭਰ ਕੇ ਕਿਸ਼ਤ ਪਰੇ ਕਰ ਯਾਰ ਤੂੰ। ਹੋਰ ਵੀ ਭਿੰਦਰ ਸਿਆ ਕਹਿੰਦੇ ਬੈਂਕ ਵਾਲੇ ਬਾਈ ਜੀ। ਕਹਿਣਾ ਕੀ ਆ, ਕਹਿੰਦੇ ਪਿਓ ਵਾਲੀ ਬੈਂਕ ਆ, ਹੋਰ ਚਾਹੀਦਾ ਕਰਜ਼ਾ ਹੋਰ ਲੈ ਜਾਓ। ਮਨਜੀਤ ਆ ਰੋਕੀ ਇੱਥੇ ਆ। ਅਮਰਜੀਤ, ਸਾਡਾ ਲਾਣੇਦਾਰ ਨਹੀਂ ਦੇਖਿਆ? ਉਹ ਤਾਂ ਰਾਹ 'ਚ ਹੀ ਉਤਰ ਗਿਆ ਸੀ, ਤੁਹਾਡੀ ਮੋਟਰ ਵੀ ਨਹੀਂ ਤੁਰਿਆ ਜਾਂਦਾ ਸੀ। ਚੱਲ ਚੱਲ ਰੰਬਿਆ ਹਲਕਾ ਤੋਂ ਹੰਬਿਆ, ਚੱਲ ਚੱਲ ਰੰਬਿਆ ਹਲਕਾ ਤੋਂ ਹੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ। ਬਾਪੂ, ਓ ਬਾਪੂ ਕੀ ਹੋ ਗਿਆ ਤੈਨੂੰ? ਓ ਬਾਪੂ ਆ ਕੀ ਕਰ ਲਿਆ?
ਉਹ ਜਿਹੜੀ ਸਪਰੇਅ ਸਾਲੀ ਨਰਮੇ ਦੇ ਕੰਮ ਨਹੀਂ ਕਰਦੀ ਓਏ, ਉਹ ਮੇਰੇ ਤੇ ਕਿਵੇਂ ਕਰ ਗਈ ਕਾਨੂੰਨ ਹੱਥੋਂ ਮਜਬੂਰ ਹਾਂ ਕੁਲਦੀਪ ਸਿੰਘ। ਸਾਨੂੰ ਤੁਹਾਡਾ ਟਰੈਕਟਰ ਜ਼ਬਤ ਕਰਨਾ ਪੈਣਾ। ਸਾਨੂੰ ਤੇਰੇ ਬਾਪ ਦੀ ਮੌਤ ਦਾ ਬਹੁਤ ਦੁੱਖ ਹੈ, ਪਰ ਅਸੀਂ ਮਜਬੂਰ ਹਾਂ। ਸਾਡਾ ਦਿਲ ਤਾਂ ਨਹੀਂ ਕਰਦਾ, ਪਰ ਅਸੀਂ ਮਜਬੂਰ ਹਾਂ, ਟਰੈਕਟਰ ਲਿਜਾਣਾ ਪੈਣਾ। ਜਦੋਂ ਸੈਟਲਮੈਂਟ ਹੋ ਗਈ ਟਰੈਕਟਰ ਵਾਪਸ ਲੈ ਲਿਓ। ਨਾਨਕ ਸਿੰਘ ਟਰੈਕਟਰ ਲੈ ਕੇ ਚਲੋ। ਬਸ ਪੁੱਤ ਬਸ। ਉਹ ਵੀ ਕੀ ਦਿਨ ਹੁੰਦੇ ਸੀ ਕਤਰਾ। ਮੈਂ ਤੇਰੇ ਮਾਮਿਆਂ ਨਾਲ ਸੀਰੀ ਹੁੰਦਾ ਸੀ, ਅਸੀਂ ਇਕੱਠੇ ਖੇਤਾਂ ਵਿੱਚ ਕੰਮ ਕਰਦੇ ਸੀ। ਨਾਲੇ ਕੰਮ ਨੂੰ ਤਾਂ ਚੀੜੇ ਸੀ ਮੇਰੇ ਮਾਮੇ। ਉਤੋਂ ਤੁਸੀਂ ਨਾਨਕੇ ਗਏ ਨੂੰ ਮੈਨੂੰ ਵੀ ਵਿੱਚੇ ਤੂੰ ਲੈਂਦੇ ਸੀ ਕੰਮ ਦੇ। ਪਰ ਤੂੰ ਇੱਥੇ ਕਿਵੇਂ? ਮੈਨੂੰ ਲੱਗਦਾ ਸੀਰ ਕਰਨਾ ਤਾਂ ਤੂੰ ਛੱਡਤਾ ਤੀ। ਉਹ ਨਾ, ਖੇਤ ਮਜ਼ਦੂਰਾਂ ਦੀ ਯੂਨੀਅਨ ਦਾ ਮੈਂ ਪ੍ਰਧਾਨ ਬਣ ਗਿਆ। ਬਸ ਇਸੇ ਚੱਕਰ ਵਿੱਚ ਇੱਥੇ ਆ ਗਏ, ਆ ਸਰਕਾਰ ਦੇ ਜੁਆਈ ਬਣ ਕੇ। ਉਹ ਚੱਲ ਮੇਰੀ ਛੱਡ, ਤੂੰ ਸੁਣਾ, ਤੂੰ ਇੱਥੇ ਕਿਵੇਂ ਆਇਆ? ਮੈਂ ਬਾਈ, ਉਹ ਤਾਂ ਸਰਪੰਚ ਸਾਹਿਬ ਵੱਡੇ ਆਦਮੀ ਨੇ ਜਵਾਨ, ਤੈਨੂੰ ਉਹਨਾਂ ਤੋਂ ਡਰ ਨਹੀਂ ਲੱਗਦਾ? ਮੈਨੂੰ ਤਾਂ ਲੱਗਦਾ। ਲੈ ਡਰ ਨੂੰ ਕੀ ਸਾਹ ਪੱਤ ਰਹੋ ਮੂੰਹ ਚ ਪਾ ਲੈਣਗੇ। ਪਾ ਲੈਣਗੇ ਨਹੀਂ ਜਵਾਨ, ਪਾ ਰੱਖਿਆ ਮੂੰਹ ਚ ਤਾਂ। ਸ਼ਾਮਲਾਟ ਰੋਕ ਕੇ ਉਹਨੂੰ ਕੀ ਕਹਿੰਦੇ ਨੇ, ਨੌਰਾ ਬਣਾ ਰੱਖਿਆ। ਵਿਹੜੇ ਵਾਲਿਆਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੱਬ ਰੱਖੀ ਆ, ਮਰਜ਼ੀ ਬਗਾਉਂਦੇ ਨੇ, ਮੰਤਰੀ ਅਫਸਰ ਉਹਨਾਂ ਦੇ ਨੇ। ਐਂ ਤਾਂ ਕੱਲ ਨੂੰ ਉਹ ਘਰ ਵੀ ਦੱਬਣਗੇ। ਤੂੰ ਜਾ ਜਵਾਨ ਪਿੰਡ ਨੂੰ, ਮੈਂ ਜੇਈ ਨੂੰ ਭੇਜਦਾ, ਮੌਕਾ ਦੇਖ ਲੂਗਾ। ਓ ਯਾਰ ਤੂੰ ਮੈਨੂੰ ਸਿੱਧਾ ਦੱਸ ਵੀ ਤੂੰ ਕੁਝ ਕਰਨਾ ਕਿ ਨਹੀਂ। ਮੈਂ ਕੀ ਕਰਾਂ? ਸਰਪੰਚ ਦਾ ਨਜਾਇਜ਼ ਕਨੈਕਸ਼ਨ ਬੰਦ ਕਰ, ਉਹਦਾ ਟੁੱਲੂ ਪੰਪ ਪੱਟ ਕੇ ਲਿਆ, ਉਹਦੇ ਨੌਰੇ 'ਚ ਪੱਟਿਆ ਹੋਇਆ ਡੱਕ ਬੰਦ ਕਰਾ। ਨਾ ਹੋਰ ਤੂੰ ਇੱਥੇ ਸਰਕਾਰ ਨੇ ਏਸੀ 'ਚ ਬੈਠਣ ਵਾਸਤੇ ਰੱਖਿਆ। ਉਹ ਹੁਣ ਤੂੰ ਮੈਨੂੰ ਮੇਰੀ ਡਿਊਟੀ ਸਿਖਾਏਗਾ? ਬਾਹਰ ਨਿਕਲ, ਚੱਲ ਜਾ, ਦਫਾ। ਉਹਨੇ ਕੀ ਕੱਟ ਬਾਰੇ। ਓਏ ਛੱਡੋ ਮੈਨੂੰ। ਓਏ ਮੇਰੇ ਦੀ ਰੋਕ ਚੱਲਦੇ ਹੈ ਜਾ, ਉਹਨੂੰ ਫੜ ਉੱਥੇ ਜਾ ਕੇ ਬਾਪ ਨੂੰ। ਉਹ ਤੋਂ ਤਾਂ ਪਿਓ ਤੋਂ ਡਰ ਲੱਗਦਾ ਤੈਨੂੰ, ਮੋਕ ਮਾਰ ਦਿਓ। ਜਾ ਜਾ, ਬਹੁਤ ਦੇਖੇ ਨੇ ਤੇਰੇ ਵਰਗੇ, ਬਹੁਤ ਆਉਂਦੇ ਨੇ ਇੱਥੇ, ਜਾ। ਓਏ ਤੁਹਾਨੂੰ ਮੇਰੇ ਸਾਲਿਓ ਮੈਂ ਦੱਸੂ ਤੁਹਾਨੂੰ। ਮੇਰਾ ਸਾਲਾ ਬਾਹਰ ਨਿਕਲ ਓਏ। ਮੇਰਾ ਸਾਲਾ ਤੁਹਾਨੂੰ ਮੈਂ ਫਸਾਉਂਗਾ ਵਾ, ਮੇਰਾ ਸਾਲਕਣਿਓ। ਸੋਨੂੰ ਮੈਂ ਸੋਲੇ ਟੰਗੂ। ਆ ਦੇਖੋ ਤੁਹਾਡੇ ਬਾਪ ਦਾ, ਆ ਦੇਖੋ। ਕਤਰ ਸਿਆ ਘਬਰਾ ਨਾ, ਤੂੰ ਚੱਲ ਪਿੰਡ ਨੂੰ, ਮੈਂ ਤੇਰੇ ਪਿੱਛੇ। ਮੈਨੂੰ ਨਾ ਤੁਹਾਡੇ ਤੇ ਭਰੋਸਾ। ਸਾਲਾ ਤੁਸੀਂ ਬੇਕੇ ਹੋਏ ਸਰਪੰਚ ਕੋਲ। ਆਉਣਾ ਮੈਂ, ਚੱਲ। ਉਹਨੂੰ ਸਾਲਾ ਸਾਰਿਆਂ ਨੂੰ ਮਾਰੂ, ਸਾਰਿਆਂ ਨੂੰ, ਸਾਰਿਆਂ ਦੇ ਨਾਂ ਲਿਖ ਕੇ ਮਰੂ।
ਹੈਲੋ ਐਸਐਚਓ ਸਾਹਿਬ 71 ਆਇਆ ਸੀ ਦਫ਼ਤਰ ਮੇਰੇ ਕੋਲ। ਹਾਂ ਜਨਾਬ, ਉਹ ਸੁਸਾਈਡ ਹੋਇਆ ਫਿਰਦਾ। ਆਪਾਂ ਰੋਣਾ ਨਹੀਂ, ਇਹਨਾਂ ਜ਼ਾਲਮਾਂ ਨੂੰ ਰੋਣਾ ਏ, ਤੇਰੇ ਪਿੰਡ ਦੇ ਸਰਪੰਚ ਵਰਗਿਆਂ ਨੂੰ। ਉਹ ਕਿਵੇਂ ਭਾਈ? ਪਹਿਲਾਂ ਤੂੰ ਕਸਮ ਖਾ, ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੇਗਾ। ਓ ਯਾਰ ਐ ਕਿਵੇਂ ਸਰੂਗਾ? ਉਹ ਇਹ ਤਾਂ ਸਾਰਨਾ ਹੀ ਪਊ, ਇੱਥੇ ਮਿਲਣਾ ਵੀ ਨਹੀਂ। ਬਸ ਕਰ ਬੀਬੀ, ਹੁਣ ਰੋ ਨਾ। ਜਿਹੜੇ ਟਰੈਕਟਰ ਪਿੱਛੇ ਬਾਪੂ ਨੇ ਜਾਨ ਗਵਾ ਲਈ, ਨਾ ਉਹ ਟਰੈਕਟਰ ਰਿਹਾ ਨਾ ਟਰਾਲੀ। ਬਾਕੀ ਰਹਿੰਦੇ ਸੰਦ ਵੀ ਮੈਂ ਕੱਲ ਨੂੰ ਵੇਚ ਦੂੰ। ਸਾਰੇ ਸੰਦ ਵੇਚਦੇ ਤਾਂ ਖੇਤੀ ਕਿਵੇਂ ਕਰਾਂਗੇ? ਖਾਵਾਂਗੇ ਕਿੱਥੋਂ? ਜਦ ਬਾਪੂ ਇਹ ਨਹੀਂ ਰਿਹਾ ਤਾਂ ਕੀ ਕਰਨੇ ਨੇ ਖੇਤੀ ਦੇ ਸੰਦ? ਦੀਪੇ ਆਪਾਂ ਜੱਟਾਂ ਪੁੱਤ, ਧਰਤੀ ਦੀ ਹਿੱਕ ਵਾ ਕੇ ਰੋਟੀ ਪੈਦਾ ਕਰਨ ਵਾਲੇ ਆ। ਧਰਤੀ ਦੀ ਹਿੱਕ ਵਾਹ ਕੇ ਰੋਟੀ ਦੇਣ ਵਾਲੇ ਅੰਨਦਾਤੇ ਨੂੰ ਅੱਜ ਤੱਕ ਮਿਲਿਆ ਕੀ ਹੈ ਮਾਂ? ਬੇਇੱਜ਼ਤੀ, ਪੁਲਿਸ ਦੇ ਡਰਾਵੇ, ਲੋਕਾਂ ਦੇ ਤਾਨੇ ਮੇਣੇ, ਖੁਦਕੁਸ਼ੀਆਂ। ਨਾ ਵੇ ਚੰਦਰਿਆ, ਧਰਤੀ ਸਾਡੀ ਮਾਂ ਆ ਤੇ ਮਿਹਨਤ ਸਾਡਾ ਕਰਮ ਆ। ਅਸੀਂ ਆਪ ਦਾ ਆਪ ਮਿੱਟੀ ਨਾਲ ਮਿੱਟੀ ਕਰਕੇ ਦੁਨੀਆ ਦਾ ਢਿੱਡ ਭਰਨਾ। ਇਹ ਸਾਨੂੰ 12 ਜਾਂ ਸਰਾਫ? ਮੈਨੂੰ ਨਹੀਂ ਪਤਾ, ਮੈਨੂੰ ਤਾਂ ਇੰਨਾ ਪਤਾ ਤੇਰਾ ਦਾਦਾ ਵੀ ਇਸੇ ਮਿੱਟੀ 'ਚੋਂ ਅੰਨ ਪੈਦਾ ਕਰਦਾ ਮਰਿਆ ਤੇ ਤੇਰਾ ਪਿਓ ਵੀ। ਉਹ ਤਾਂ ਆਪਾਂ ਵੀ ਇਸੇ ਮਿੱਟੀ 'ਚ ਲਕੀਰਾਂ ਪਾ ਪਾ ਕੇ ਆਪਣੀ ਕਿਸਮਤ ਦੀਆਂ ਲਕੀਰਾਂ ਸਿੱਧੀਆਂ ਕਰਨੀਆਂ ਨੇ। ਚੱਲ ਚੱਲ ਰੰਬਿਆ ਹਾਲੇ ਕਾ ਤੋਂ ਹੰਬਿਆ, ਚੱਲ ਚੱਲ ਰੰਬਿਆ ਹਾਲੇ ਕਾ ਤੋਂ ਹੰਬਿਆ। ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਸਿੰਦਰੇ ਨੀ ਸਿੰਦਰੇ ਪੁੱਤ ਰੋਟੀ ਖਾ ਲੈ। ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ। ਧਰਤੀ ਦੀ ਇੱਕ ਫੁੱਲ ਲੱਭਦੇ ਆ ਰੋਟੀ ਓਏ, ਮੇਰੇ ਵਾਂਗੂ ਕਿਸਮਤ ਤੇਰੀ ਵੀ ਆ ਖੋਟੀ ਓਏ। ਧਰਤੀ ਦੀ ਇੱਕ ਫੁੱਲ ਲੱਭਦੇ ਆ ਰੋਟੀ ਓਏ, ਮੇਰੇ ਵਾਂਗੂ ਕਿਸਮਤ ਤੇਰੀ ਵੀ ਆ ਖੋਟੀ ਓਏ। ਲੈ ਹੁਣ ਕੀ ਹੋਇਆ, ਕਿਉਂ ਰੋਈ ਜਾਂਦੀ ਆ ਮਾਂ? ਮੇਰੇ ਪਾਪੇ ਨੇ ਕਿੰਨੇ ਸੁਪਨੇ ਸਜਾਏ ਸੀ ਕਿ ਮੇਰੀ ਧੀ ਐਸਡੀਓ ਲੱਗੂਗੀ, ਪਰ ਕਿਸਮਤ
ਕਿੱਥੇ ਦੀ ਕਿੱਥੇ ਲੈ ਆਈ ਆਪਾਂ ਨੂੰ। ਸਿੰਦਰੇ ਪੁੱਤ ਹੱਥ ਛੱਡ ਦੇ, ਆ ਸੰਦ ਸਵੇੜਾ ਵੇਚ ਦਿੰਨੇ ਆ, ਜ਼ਮੀਨ ਠੇਕੇ ਤੇ ਦੇ ਦਿੰਨੇ ਆ, ਖਾਣ ਜੋਗੇ ਦਾਣੇ ਨਹੀਂ ਮੁੱਕਣੇ। ਇਹ ਹੱਠ ਨਹੀਂ ਪਿਤਾਪੁਰ ਕੀ ਕਿੱਤਾ ਹੈ ਮਾਂ, ਅਰ ਐਸੇ ਕਿੱਤੇ ਨੇ ਸਾਨੂੰ ਅਣਖ ਦਲੇਰੀ ਤੇ ਸਵੈਵਾਨ ਨਾਲ ਜਿਉਣਾ ਸਿਖਾਇਆ। ਕਿਹੜੇ ਸਵੈਮਾਨ ਦੀ ਗੱਲ ਕਰਦੀਆਂ ਪੁੱਤ? ਵਾਲ ਤਾਂ ਸਾਡਾ ਕਰਜ਼ੇ ਨਾਲ ਬਿੰਨਿਆ ਪਿਆ ਜੱਟਾਂ ਦਾ। ਇਹ ਸਾਡਾ ਸਵੈਮਾਨ ਹੀ ਹੈ ਜੋ ਇੱਜ਼ਤ ਦੀ ਖਾਤਰ ਸਾਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ। ਸਿੰਦਰੇ ਇਹ ਕੀ ਤੂੰ ਕਹਿ ਰਹੀ ਹੈ? ਜਿਸ ਦਿਨ ਸਾਡੇ ਅੰਦਰੋਂ ਗੈਰਤ ਖਤਮ ਹੋਗੀ ਨਾ, ਉਸ ਦਿਨ ਇਹ ਖੁਦਕੁਸ਼ੀਆਂ ਵੀ ਬੰਦ ਹੋ ਜਾਣੀਆਂ ਨੇ। 1998 ਤੋਂ ਲੈ ਕੇ 18 ਸਾਲਾਂ 'ਚ 3 ਲੱਖ ਲੋਕ ਖੁਦਕੁਸ਼ੀਆਂ ਕਰ ਚੁੱਕੇ ਨੇ। ਇਹ 3 ਦੇ 3 ਲੱਖ ਲੋਕ ਬੁਜ਼ਦਿਲ ਤਾਂ ਨਹੀਂ ਹੋ ਸਕਦੇ ਨਾ ਹੀ ਉਹਨਾਂ ਨੇ ਜ਼ਿੰਦਗੀ ਦੀਆਂ ਔਕੜਾਂ ਤੋਂ ਡਰ ਕੇ ਇਹ ਰਾਹ ਚੁਣਿਆ ਹੋਣਾ ਹੈ। ਨਾਲੇ ਮੇਰੇ ਪਾਪਾ ਨੇ ਖੁਦਕੁਸ਼ੀ ਨਹੀਂ ਕੀਤੀ, ਉਹ ਸ਼ਹੀਦ ਹੋਇਆ ਸ਼ਹੀਦ। ਮੈਨੂੰ ਮਾਣ ਹੈ ਉਸ ਦੀ ਧੀ ਹੋਣ ਤੇ। ਐਤਕੀ ਦਾ ਹਿਸਾਬ ਕਿਤਾਬ ਤਾਂ ਨੱਕੀ ਹੋ ਗਿਆ। ਜੇ ਕੋਈ ਹੋਰ ਰੇਹ ਤੇ ਲੈ ਜਾਣਾ ਤਾਂ ਦੱਸ। ਨਹੀਂ ਸੈਕਟਰੀ ਸਾਹਿਬ, ਆਪਾਂ ਤਾਂ ਖੇਤੀ ਹੋਈ ਛੱਡਤੀ। ਖੇਤੀ ਛੱਡਤੀ? ਹੁਣ ਕੀ ਕਰੇਗਾ? ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੈਕਟਰੀ ਸਾਹਿਬ। ਦੇਖਦੇ ਹਾਂ ਕਿੱਥੋਂ ਕੁ ਤੱਕ ਕਾਮਯਾਬ ਹੁੰਦੇ ਹਾਂ। ਚੰਗਾ ਸੈਕਟਰੀ ਸਾਹਿਬ, ਸਤਿ ਸ਼੍ਰੀ ਅਕਾਲ। ਸੈਕਟਰੀ ਸਾਹਿਬ ਖਾਦ ਚਾਹੀਦੀ ਸੀ। ਸੌਰੀ ਬੇਟਾ, ਤੁਹਾਨੂੰ ਖਾਦ ਨਹੀਂ ਮਿਲ ਸਕਦੀ, ਤੁਹਾਡਾ ਡਿਫਾਲਟਰ ਕੇਸ ਹੈ। ਬਾਪੂ ਜੀ ਦੀ ਡੈਥ ਹੋ ਗਈ, ਮੈਂ ਖੇਤੀ ਕਰਕੇ ਉਹਨਾਂ ਦਾ ਸਾਰਾ ਕਰਜ਼ਾ ਲਾ ਦੂੰਗੀ, ਪਰ ਜੇ ਤੁਸੀਂ ਖਾਦ ਹੀ ਨਹੀਂ ਦੋਗੇ ਤਾਂ ਮੈਂ ਫਸਲ ਕਿੱਦਾਂ ਪਾਲੂੰਗੀ? ਇਹ ਮੈਨੂੰ ਨਹੀਂ ਪਤਾ, ਮੈਨੂੰ ਜੋ ਉੱਪਰੋਂ ਆਰਡਰ ਨੇ ਉਹ ਮੈਂ ਤੈਨੂੰ ਦੱਸਤੇ। ਪਤਾ ਨਹੀਂ ਤਾਂ ਫਿਰ ਪਤਾ ਕਰ, ਨਾਲੇ ਉੱਪਰਲਿਆਂ ਨੂੰ ਇਹ ਵੀ ਸਮਝਾ ਦੀ, ਜੇ ਉਹਨਾਂ ਤੋਂ ਉੱਪਰਲੇ ਦਾ ਆਰਡਰ ਆ ਗਿਆ ਨਾ ਤਾਂ ਰੇਤਲ ਇੱਥੇ ਪਿਆ ਰਹਿ ਜੂ। ਕੀ ਹੋਇਆ? ਕਿਉਂ ਭੱਖੀ ਪਈਆਂ? ਮਿਲਿਆ ਨਹੀਂ ਰੇ? ਉਹ ਸੈਕਟਰੀ ਕਹਿੰਦਾ ਡਿਫਾਲਟਰ ਕੇਸ ਹੈ, ਕੋਈ ਰੇ ਨਹੀਂ ਮਿਲਣਾ। ਸਿੰਦਰੇ ਛੱਡ ਪੁੱਤ, ਇਹ ਸਭ ਕੁਝ ਨਹੀਂ ਹੋਣਾ ਆਪਾਂ ਤੋਂ। ਚੱਲ ਬਈ ਝਾੜੂ ਲਾ ਪ੍ਰਧਾਨ। ਓਏ ਝਾੜੂ ਲਾਉਂਦੀ ਆ ਮੇਰੀ ਜੁੱਤੀ। ਸਾਡੇ ਮੂਹਰੇ ਬੋਲਦੇ। ਉਹ ਆ ਜਾ ਭੂਆ ਦਾ ਪੁੱਤਾ, ਕੀ ਪੰਗਾ ਖੜਾ ਕਰ ਆਇਆ? ਭਾਈ ਮੇਰੇ ਯਾਰ ਖੱਬੇ ਬੁੜੇ ਦੀ ਕਾਹਤੋਂ ਸੱਟ ਵੱਜਦੀ ਐ? ਕੀ ਹੋ ਗਿਆ? ਹਾਏ ਓਏ ਨਾ ਹੁਣ ਕੀ ਹੋ ਗਿਆ? ਐਂ ਤਾਂ ਕੁਛ ਨਹੀਂ ਹੋਇਆ, ਐਂ ਤਾਂ ਜੱਟ ਤੇ ਝੋਟਾ ਵੱਡੇ ਤੋਂ ਨਹੀਂ ਵੱਡੇ ਜਾਂਦੇ। ਉਹ ਤੂੰ ਕਿਹੜੇ ਪਾਸੇ ਨੂੰ ਜੱਟ ਰਹਿ ਗਿਆ? 3 ਕਿੱਲਿਆਂ ਵਿੱਚੋਂ 1.5 ਕਿੱਲਾ ਤਾਂ ਤੇਰਾ ਕਰਜ਼ੇ ਥੱਲੇ ਆਇਆ ਪਿਆ ਹੈ। ਐਵੇਂ ਜੱਟਪਣੇ ਦਾ ਕੀਲਾ ਫਸਾਈ ਜਾਂਦਾ ਵਿੱਚ। ਉਹ ਹਾਂ ਆ ਵੀ ਠੀਕ ਆ ਬਾਈ। ਉਹ ਕਾਹਨੂੰ ਯਾਰ, ਉਹ ਤਾਂ ਉਹ ਛੋਰ ਜੇ ਜਵਾਖ ਜੇ ਤੀਗੇ, ਉਹ ਉਲਝ ਗਿਆ ਐਵੇਂ ਮੇਰੇ ਨਾਲ। ਉਹ ਦੇਖ ਯਾਰ, ਹਰ ਵਾਰੀ ਤੂੰ ਪੈਰਾਂ ਥੱਲੇ ਅੱਗ ਮਚਾਈ ਜਾਂਦਾ, ਆਪਣੇ ਆਪ ਤੇ ਕਾਬੂ ਰੱਖਿਆ ਕਰ। ਉਹ ਨਾਲੇ ਤੂੰ ਕੱਲਾ ਕਿਹਦੇ ਨਾਲ ਲੜੇਗਾ? ਯਾਰ ਮੈਂ ਕੀ ਕਰਾਂ ਬਾਈ, ਗੁੱਸਾ ਰੋਕੇ ਨਹੀਂ ਜਾਂਦਾ। ਉਹ ਗੁੱਸੇ ਨੂੰ ਰੋਕਣਾ ਸਿੱਖ ਕਤਰਾ,
ਰੋਕਣਾ ਸਿੱਖ, ਆਪਣੇ ਪੈਰਾਂ ਹੇਠ ਸ਼ੂਕ ਦੇ ਭੁਚਾਲ ਨੂੰ ਕਾਬੂ ਕਰ। ਭਾਖੜਾ ਡੈਮ ਵਰਗਾ ਡੈਮ ਉਸਾਰ ਆਪਣੇ ਅੰਦਰ। ਸਹੀ ਕਹਿਣਾ ਬਈ ਤੂੰ। ਸਾਡੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਹੈ। ਸਾਡੀ ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ਦੇ ਅਨੁਸਾਰ ਸਨ 2000 ਤੋਂ ਲੈ ਕੇ 2010 ਤੱਕ 6926 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ। ਇਹਨਾਂ ਵਿੱਚੋਂ 3954 ਕਿਸਾਨ ਤੇ 2972 ਮਜ਼ਦੂਰ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਮਹਿੰਗੀ ਮਸ਼ੀਨਰੀ ਦਾ ਖਰੀਦਣਾ ਤੇ ਆਮਦਨੀ ਦਾ ਘਟਣਾ ਹੈ। ਇਸ ਆਮਦਨ ਤੇ ਖਰਚ ਦੇ ਵਿਚਕਾਰ ਵਧਦੇ ਹੋਏ ਫਰਕ ਨਾਲ ਹੀ ਦਿਨੋਂ ਦਿਨ ਕਰਜ਼ਾਈ ਹੋ ਕੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ। ਸਾਡੀ ਸਰਕਾਰ ਨੇ ਅਜਿਹੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਤੇ ਘਰ ਦੇ ਇੱਕ ਜੀ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਮੈਂ ਹੁਣ ਬੇਨਤੀ ਕਰਦਾ ਸਰਦਾਰ ਸਰਜੀਤ ਸਿੰਘ ਦੇ ਪਰਿਵਾਰ ਨੂੰ ਉਹ ਸਟੇਜ ਤੇ ਆ ਕੇ ਆਪਣੇ ਮੁਆਵਜ਼ੇ ਦਾ ਚੈੱਕ ਲੈ ਜਾਣ। ਸਰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਕੁਝ ਕਹਿਣਾ ਚਾਹੁੰਦੀ ਹਾਂ। ਹਾਂ ਬੇਟਾ, ਆਓ ਜ਼ਰੂਰ ਕਹੋ। ਮੈਂ ਮਾਣਯੋਗ ਮੰਤਰੀ ਜੀ ਵੱਲੋਂ ਦਿੱਤੇ 2 ਲੱਖ ਦੇ ਚੈੱਕ ਦਾ ਬਹੁਤ ਧੰਨਵਾਦ ਕਰਦੀ ਹਾਂ। ਪਿੰਡ ਵਾਸੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਮੇਰੇ ਪਾਪਾ ਸਿਰ 1.5 ਲੱਖ ਰੁਪਏ ਦਾ ਕਰਜ਼ਾ ਸੀ। ਉਹ ਵਿਚਾਰੇ ਬਹੁਤ ਮਿਹਨਤ ਕਰਦੇ ਸੀ, ਪਰ ਉਹਨਾਂ ਦਾ ਕਰਜ਼ਾ ਉਹਨਾਂ ਦੇ ਸਿਰ ਤੋਂ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਇਹ ਕਰਜ਼ਾ ਵਸੂਲਣ ਲਈ ਕੀ ਬੈਂਕਾਂ, ਕੀ ਸੁਸਾਇਟੀਆਂ, ਕੀ ਆੜਤੀਆਂ, ਸਭ ਨੇ ਆਪੋ ਆਪਣੇ ਢੰਗ ਨਾਲ ਉਹਨਾਂ ਦੀ ਬੇਇੱਜ਼ਤੀ ਕੀਤੀ। ਇੰਨੀ ਬੇਇੱਜ਼ਤੀ ਕਿ ਜਗ੍ਹਾ ਰੁਲ ਰਹੀ ਆਪਣੀ ਪੱਗ ਨੂੰ ਬਚਾਉਣ ਲਈ ਉਸਨੇ ਆਪਣੀ ਗਰਦਨ ਹੀ ਪੱਗ ਨਾਲ ਲਟਕਾ ਲਈ। ਮੈਂ ਧੰਨਵਾਦੀ ਹਾਂ ਆਪਣੇ ਮੰਤਰੀ ਸਾਹਿਬ ਤੇ ਸਰਕਾਰ ਦੀ, ਜਿਨ੍ਹਾਂ ਨੇ ਮੇਰੇ ਪਾਪਾ ਦਾ 1.5 ਲੱਖ ਰੁਪਏ ਦਾ ਕਰਜ਼ਾ ਦੇਣ ਦੇ ਨਾਲ 50,000 ਰੁਪਏ ਉਹਨਾਂ ਦੀ ਜਾਨ ਦੀ ਕੀਮਤ ਦਿੱਤੀ। ਸਾਡੇ ਪਰਿਵਾਰ ਤੇ ਇੰਨਾ ਵੱਡਾ ਅਹਿਸਾਨ ਕੀਤਾ। ਸੋ ਮੈਂ ਸਾਰੇ ਪਿੰਡ ਵਾਸੀਆਂ ਨੂੰ ਹੀ ਨਹੀਂ, ਉਹਨਾਂ ਸਾਰੇ ਕਰਜ਼ਈ ਲੋਕਾਂ ਨੂੰ ਵੀ ਇਹ ਸਲਾਹ ਦਿੰਨੀ ਆ ਜਿਨ੍ਹਾਂ ਸਿਰ 2 ਲੱਖ ਰੁਪਏ ਦਾ ਕਰਜ਼ਾ ਹੈ, ਉਹ ਸਰਕਾਰ ਦੀ ਇਸ ਸਕੀਮ ਦਾ ਭਰਪੂਰ ਫਾਇਦਾ ਉਠਾਉਣ ਅਤੇ ਆਪੋ ਆਪਣੀ ਜਾਨ ਦੇ ਕੇ ਆਪਣੇ ਪਰਿਵਾਰ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ, ਕਿਉਂਕਿ ਜੇ ਤੁਸੀਂ ਜ਼ਿੰਦਾ ਰਹੇ ਤਾਂ ਇਹੀ ਕਰਜ਼ਾ ਤੁਹਾਨੂੰ ਜੀਣ ਨਹੀਂ ਦੇਗਾ। ਸਰਕਾਰ ਦੇ ਅਦਾਰੇ ਤੁਹਾਨੂੰ ਰਕਮ ਵਾਪਸ ਕਰਨ ਲਈ ਮਜਬੂਰ ਕਰਨਗੇ ਅਤੇ ਤੁਸੀਂ ਇਸ ਨੂੰ ਚੁਕਾਉਣ ਦੇ ਚੱਕਰ 'ਚ ਖੁਦਕੁਸ਼ੀ ਕਰਨ ਤੇ ਮਜਬੂਰ ਹੋ ਜਾਓਗੇ। ਪਰ ਜਦੋਂ ਤੁਸੀਂ ਮਰ ਜਾਓਗੇ ਤਾਂ ਇਹੀ ਸਰਕਾਰ ਮੁਆਵਜ਼ੇ ਵਜੋਂ ਇਹ ਰਕਮ ਤੁਹਾਡੇ ਪਰਿਵਾਰ ਨੂੰ ਦੇਵੇਗੀ। ਘਬਰਾਓ ਨਾ ਮੰਤਰੀ ਸਾਹਿਬ, ਮੈਂ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਕਹਿਣਾ। ਹੁਣ ਤਾਂ ਮੈਂ ਤੁਹਾਨੂੰ ਸਿਰਫ ਇੰਨਾ ਹੀ ਦੱਸਣਾ ਹੈ, ਮੇਰੇ ਪਾਪਾ ਦੀ ਜਾਨ ਦੀ ਕੀਮਤ ਤੁਸੀਂ ਨਹੀਂ ਚੁਕਾ ਸਕਦੇ। ਐਸਡੀਓ ਦੀ ਤਾਂ ਮੋਗ ਨਿਕਲ ਗਈ ਬਈ। ਉਹ ਕਿਵੇਂ? ਉਹ ਲੈ ਮੇਰੇ ਯਾਰ, ਤੂੰ ਹੀ ਤਾਂ ਕਰਵਾਇਆ ਜਥੇਬੰਦੀਆਂ ਨੂੰ ਭੇਜ ਕੇ। ਤੂੰ ਮੈਨੂੰ ਯਾਰ ਦੱਸਿਆ ਹੀ ਨਹੀਂ। ਨੀ ਕੰਮੀ, ਦੇਖੀ ਤੇਰਾ ਪਾਪਾ ਕਿੱਥੇ ਗਿਆ? ਨੀ ਬੀਬੀ, ਉਹ ਤਾਂ ਸਰਪੰਚਾਂ ਦੇ ਨੌਰੇ ਕਿੰਨੀ ਤੁਰਿਆ ਜਾਂਦਾ ਹੈ। ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ।
ਤੂੰ ਇਜਾਜ਼ਤ ਦੇਵੇਂ ਤਾਂ ਮੈਂ ਇਹ 2 ਲੱਖ ਦਾ ਚੈੱਕ ਕਿਸੇ ਖਾਸ ਮਕਸਦ ਵਾਸਤੇ ਵਰਤਣਾ ਚਾਹੁੰਦਾ। ਮੈਨੂੰ ਤਾਂ ਤੇਰੀ ਕੁਛ ਵੀ ਸਮਝ ਨਹੀਂ ਆਉਂਦੀ ਦੀਪਿਆ। ਖੇਤੀਬਾੜੀ ਦੇ ਸਾਰੇ ਸੰਦ ਤਾਂ ਵੇਚਤੇ, ਜ਼ਮੀਨ ਠੇਕੇ ਤੇ ਦੇਤੀ, ਹੁਣ ਆਹ ਪੈਸੇ ਕਿਸ ਕੰਮ ਲਈ ਵਰਤਣਾ ਚਾਹੁੰਦਾ ਹੈ ਤੂੰ? ਉਹ ਮੈਂ ਤੈਨੂੰ ਵਕਤ ਆਉਣ ਤੇ ਦੱਸਾਂਗਾ, ਪਰ ਇਸ ਤੋਂ ਪਹਿਲਾਂ ਆਪਾਂ ਇੱਕ ਕੰਮ ਹੋਰ ਕਰਨਾ ਹੈ। ਉਹ ਕੀ? ਚੱਲ ਆ ਦੱਸਾਂ। ਉਹ ਸਿਮੀ ਪੁੱਤ ਤੂੰ ਸਕੂਲ ਨਹੀਂ ਗਿਆ ਹਲੇ? ਜਾਨੀ ਆ ਪਾਪਾ, ਬਸ ਨਾਲ ਹੀ ਡਰੈਸ ਪਾਉਣੀ ਰਹਿੰਦੀ ਆ। ਅੱਛਾ, ਉਹ ਪਰੌਂਠੇ ਲਾ ਕੇ ਦਿਓ ਬਈ ਕੁੜੀ ਨੂੰ, ਮੇਰਾ ਪੁੱਤ ਸਕੂਲ ਚੱਲਿਆ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਚਾਣਿਆ ਨਹੀਂ ਤੁਹਾਨੂੰ, ਤੁਸੀਂ ਕਿਤੇ ਗਲਤ ਕਰਤਾ ਨਹੀਂ ਆਗੇ? ਆਏ ਤਾਂ ਅਸੀਂ ਸਹੀ ਘਰ ਹੀ ਹਾਂ ਜੀ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਬੈਠ ਕੇ ਗੱਲ ਕਰ ਲਈਏ। ਹਾਂਜੀ ਆਜੋ। ਚਾਹੁੰਦਾ ਮੈਂ ਵੀ 2 ਲੱਖ ਰੁਪਏ ਦਾ ਚੈੱਕ ਫਾੜ ਕੇ ਮੰਤਰੀ ਦੇ ਮੂੰਹ ਤੇ ਮਾਰ ਸਕਦਾ ਸੀ। ਕੀ ਮਤਲਬ ਹੈ ਤੇਰਾ? ਮੈਂ ਉਹ 2 ਲੱਖ ਦਾ ਚੈੱਕ ਕੈਸ਼ ਕਰਾ ਕੇ ਆਪਣੇ ਪਾਪਾ ਦੀ ਜਾਨ ਦਾ ਮੁੱਲ ਵਟਾ ਲੈਂਦੀ? ਨਹੀਂ ਸਿਮਰ, ਤੂੰ ਗਲਤ ਨਹੀਂ ਕੀਤਾ। ਤੂੰ ਮੰਤਰੀ ਦੇ ਮੂੰਹ ਤੇ ਚੈੱਕ ਮਾਰ ਕੇ ਕੋਈ ਗਲਤੀ ਨਹੀਂ ਕੀਤੀ। ਇਸ ਲਈ ਤਾਂ ਮੈਂ ਤੇਰੇ ਕੋਲ ਆਇਆ। ਮੈਂ ਇਹ 2 ਲੱਖ ਦਾ ਚੈੱਕ ਨਹੀਂ, 56,481 ਕਰੋੜ ਰੁਪਏ ਦਾ ਥੱਪੜ ਬਣਾ ਕੇ ਮੈਂ ਉਹਨਾਂ ਦੇ ਮੂੰਹ ਤੇ ਮਾਰਨਾ ਚਾਹੁੰਦਾ। 56,481 ਕਰੋੜ? ਇਹ ਰਕਮ ਤਾਂ ਪੰਜਾਬ ਦੇ ਕਿਸਾਨਾਂ ਸਿਰ ਚੜੀ ਕੁੱਲ ਰਕਮ ਹੈ। ਤੂੰ ਇੰਨੀ ਵੱਡੀ ਰਕਮ ਕਿੱਥੋਂ ਲੈ ਕੇ ਆਏਗਾ? ਮੈਂ ਇਕੱਲਾ ਨਹੀਂ, ਮੈਂ ਤੇ ਤੂੰ, ਮੇਰੇ ਤੇ ਤੇਰੇ ਜਿਹੇ 3 ਲੱਖ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰ ਮਿਲ ਕੇ। ਮੈਂ ਕੁਝ ਸਮਝੀ ਨਹੀਂ। ਇਹੋ ਸਮਝਾਣ ਤਾਂ ਮੈਂ ਤੇਰੇ ਕੋਲੇ ਆਇਆ। ਮਿੱਟੀ ਨਾਲ ਮਿੱਟੀ ਆਪਾਂ ਦੋਵੇਂ ਹੋਈ ਜਾਂਦੇ ਆ, ਰੁੱਖੀ ਮਿੱਟੀ ਰੱਬ ਦਾ ਸ਼ੁਕਰ ਕਰ ਖਾਂਦੇ ਆ। ਮਿੱਟੀ ਨਾਲ ਮਿੱਟੀ ਆਪਾਂ ਦੋਵੇਂ ਹੋਈ ਜਾਂਦੇ ਆ, ਰੁੱਖੀ ਮਿੱਟੀ ਰੱਬ ਦਾ ਸ਼ੁਕਰ ਕਰ ਖਾਂਦੇ ਆ। ਲੱਗਣਾ ਕਿਨਾਰੇ ਕਦੋਂ ਪੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ। ਗੇਲੇ ਬਈ ਤੂੰ ਇੱਥੇ? ਅਸੀਂ ਦਲਿਤਾਂ ਲਈ 5-5 ਮਰਲੇ ਦੇ ਪਲਾਟ ਲੈਣ ਲਈ ਸੰਘਰਸ਼ ਵਿੱਢਿਆ। ਪਿੰਡਾਂ ਵਿੱਚ ਦੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਭਾਈਚਾਰੇ ਲਈ ਰਿਜ਼ਰਵ ਹੈ। ਇਹ ਸੰਵਿਧਾਨ ਵਿੱਚ ਦਰਜ ਹੈ। ਇਹ ਉਹਨਾਂ ਦਾ ਸੰਵਿਧਾਨਿਕ ਹੱਕ ਹੈ। ਇਸ ਜ਼ਮੀਨ ਦੀ ਬੋਲੀ ਸਿਰਫ ਦਲਿਤ ਭਾਈਚਾਰੇ ਨਾਲ ਸੰਬੰਧਿਤ ਬੰਦਾ ਹੀ ਦੇ ਸਕਦਾ। ਪਿੰਡਾਂ ਦੇ ਇਹ ਜਿਹੜੇ ਰਸੂਖਵਾਨ ਬੰਦੇ ਹੈ ਨਾ, ਇਹ ਉਹਨਾਂ ਦੇ ਹੱਕ ਦੱਬੀ ਬੈਠੇ। ਪਤਾ ਕੀ ਕਰਦੇ ਆ? ਆਪਣੇ ਕਿਸੇ ਪਿਛਲੱਗ ਦੇ ਨਾਂ ਲਾ ਕੇ ਨਾ ਆਪਣਾ ਕਬਜ਼ਾ ਕਰੀ ਬੈਠੇ। ਹੁਣ ਤੂੰ ਦੇਖ ਲੈ ਕਤਰਾ, ਵੋਟਾਂ ਵੇਲੇ ਪਾਰਟੀਆਂ ਵਾਲੇ ਘਰ ਦੇਣ ਦੇ, ਪਲਾਟ ਦੇਣ ਦੇ ਲਾਰੇ ਲਾ ਕੇ ਵੋਟਾਂ ਲੈ ਜਾਂਦੇ, ਵਾਅਦੇ ਕਰਦੇ ਨੇ ਤੇ ਵੋਟਾਂ ਲੈ ਕੇ ਮੁੱਕਰ ਜਾਂਦੇ ਨੇ। ਕਈ ਪਿੰਡਾਂ ਵਿੱਚ ਸਾਡੀ ਜਥੇਬੰਦੀ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਵੀ ਕੀਤੇ ਨੇ, ਪਰ ਪਿੰਡਾਂ ਦੇ ਧਨਾੜ, ਪੰਚਾਇਤਾਂ, ਅਫਸਰ, ਪੁਲਿਸ ਵਾਲਿਆਂ ਨੇ ਸਾਡਾ ਵਿਰੋਧ ਕੀਤਾ। ਫਿਰ ਸਾਡੇ ਤੇ ਕੇਸ ਬਣਾ ਕੇ ਸਾਨੂੰ ਜੇਲ੍ਹ ਭੇਜ ਦਿੱਤਾ। ਪਰ ਗੱਲੇ ਕੋਈ ਨਹੀਂ, ਅਸੀਂ ਲੜਾਂਗੇ ਕਤਰਾ। ਇਹ ਸਾਡਾ ਕਾਨੂੰਨੀ ਹੱਕ ਹੈ, ਸੰਵਿਧਾਨਿਕ ਅਧਿਕਾਰ ਹੈ। ਅਸੀਂ ਹਰ ਪਿੰਡ ਵਿੱਚ ਸੰਘਰਸ਼ ਕਰਾਂਗੇ। ਦਲਿਤਾਂ ਨੂੰ, ਦਲਿਤਾਂ ਦੇ ਪਰਿਵਾਰਾਂ ਨੂੰ ਪਲਾਟ ਲੈ ਕੇ ਦੇਵਾਂਗੇ। ਸੋਡੇ ਪਿੰਡ ਵੀ, ਸੋਡੇ ਪਿੰਡ ਵਾਲੀ ਪੰਚਾਇਤੀ ਜ਼ਮੀਨ ਤੇ ਨਾ ਸਰਪੰਚ ਦਾ ਕਬਜ਼ਾ, ਉਹ ਕਿਸੇ ਗਰੀਬ ਗੁਰਬੇ ਦਲਿਤ ਨੂੰ ਨੇੜੇ ਨਹੀਂ ਫੜਕਣ ਦਿੰਦਾ। ਤੂੰ ਤੋਂ ਖੋ ਕੇ ਦਲਿਤਾਂ ਦੇ ਘਰ ਪਾਵਾਂਗੇ ਕਤਰਾ। ਤੂੰ ਵੇਖ ਵਿਹੜੇ ਵਾਲੇ ਕਿੰਨੇ ਭੀੜੇ ਘਰਾਂ 'ਚ ਰਹਿੰਦੇ ਨੇ, ਖੁੱਡੇ ਵਰਗੇ ਭੀੜੇ ਗੰਦੇ ਘਰਾਂ 'ਚ। ਹਾਂ ਕਤਰ ਸਿਆਂ, ਤੈਨੂੰ ਵੀ ਨਾਲ ਲੱਗਣਾ ਪਊ, ਹੋਰ ਗਰੀਬ ਜੱਟਾਂ ਨੂੰ ਵੀ।
ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਜੋਟੀ ਪਾਉਣੀ ਪਊ ਸਰਪੰਚ ਵਰਗੀਆਂ ਧਨਾਡਾਂ ਤੇ ਉਹਨਾਂ ਦੀ ਸਰਕਾਰ ਦੇ ਖਿਲਾਫ। ਮੈਂ ਤਿਆਰ ਹਾਂ ਗਿੱਲੇ ਭਾਈ, ਮੇਲ ਦੂੰ ਘੁੰਡੀਆਂ, ਮੌਕਾ ਆਉਣ ਦੇ ਕਿਰਾਂ। ਕੇਂਦਰ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਦੱਸਿਆ, ਪਰ ਇਸ ਢੰਗ ਨਾਲ ਇਹ ਆਮਦਨ ਕਿਵੇਂ ਵਧੇਗੀ ਇਸ ਬਾਰੇ ਤਾਂ ਕੋਈ ਡਿਟੇਲ ਹੀ ਨਹੀਂ ਹੈਗੀ। ਅੱਜ ਕਿਸਾਨ ਦੀ ਆਮਦਨ ਹੈ ਜਿਹੜੀ ਔਸਤਨ ਆਮਦਨ ਹੈ ਉਹ 1660 ਰੁਪਏ ਹੈ। 2022 'ਚ ਜਾ ਕੇ ਜੇ ਇਹਨੂੰ ਦੁੱਗਣਾ ਵੀ ਕਰਤਾ ਤਾਂ ਇਹ 3320 ਰੁਪਏ ਬਣਦੀ ਹੈ। ਇਹ ਕਿੰਨੀ ਕੁ ਸਾਰਥਕ ਹੈ। ਹੋਰ ਦੇਖ ਦੀਪ, ਇਸ ਸਾਲ ਬਜਟ ਵਿੱਚ ਖੇਤੀਬਾੜੀ ਲਈ 35,984 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ, ਜਿਹੜੀ ਕਿ ਸਨ 2005 ਚ ਰੱਖੀ ਗਈ ਰਕਮ ਨਾਲੋਂ ਵੀ ਘੱਟ ਹੈ। ਬਹੁਤ ਘੱਟ ਹੈ ਉਦੋਂ ਤਾਂ। ਖੇਤੀ ਵਿਭਾਗ ਦੇ 100 ਬੀਜ ਫਾਰਮ ਕੰਮ ਕਰਦੇ ਸਨ, ਪਰ ਸਾਡੀ ਖੋਜਬੀਨ ਤੋਂ ਇਹ ਤੱਥ ਸਾਹਮਣੇ ਆਏ ਨੇ ਕਿ ਇਸ ਵੇਲੇ ਸਿਰਫ 6 ਦੇ ਕਰੀਬ ਹੀ ਫਾਰਮ ਬਾਕੀ ਰਹਿ ਗਏ ਨੇ। ਕੀ ਇਹ ਸੱਚ ਨਹੀਂ ਕਿ ਖੇਤੀ ਬਜਟ ਵਿੱਚ ਖੋਜ ਲਈ ਪੈਸਾ ਹੀ ਨਹੀਂ ਹੈ? ਉਹ ਆ ਗਿਆ ਮੇਰਾ ਸਿਮੀ ਪੁੱਤ। ਹਾਂ ਪਾਪਾ, ਪਾਪਾ ਮੈਂ ਸਕੂਲ 'ਚ ਫਸਟ ਆਈ ਆ। ਲੈ ਉਹ ਫਸਟ ਆਇਆ ਮੇਰਾ ਪੁੱਤ। ਉਹ ਨਾ ਚਮਕਾਤਾ ਤੂੰ ਤਾਂ ਸ਼ੇਰ ਵਗਿਆ। ਨਾਲੇ ਤੈਨੂੰ ਪੁੱਤ ਮੈਂ ਐਸਡੀਓ ਬਣਾਉਂਗਾ, ਠੀਕ ਹੈ? ਤੇ ਤੈਨੂੰ ਪੁੱਤਰਾ ਮੈਂ ਬਣਾਉਂਗਾ ਪਿੰਡ ਦੀ ਸਰਪੰਚਣੀ। ਹੁਣ ਆਊਗੀ ਕਹਾਣੀ ਸੂਤ। ਬੱਚਿਆਂ ਨੂੰ ਜ਼ਹਿਰ ਕਿਸਨੇ ਦਿੱਤਾ? ਪਹਿਲਾਂ ਸਾਰੇ ਟੱਬਰ ਨੂੰ ਸਪਰੇਅ ਪਿਲਾ ਕੇ ਬਾਅਦ ਚਾਹ ਪੀ ਲਈ। ਉਹ ਤਾਂ ਰੱਬ ਦਾ ਸ਼ੁਕਰ ਹੈ ਮੈਂ ਟਾਈਮ ਸਿਰ ਦੇਖ ਲਿਆ ਤੇ ਹਸਪਤਾਲ ਲਾਇਆ, ਨਹੀਂ ਤਾਂ ਉੱਥੇ ਬਾਣਾ ਵਰਤ ਜਾਣਾ ਸੀ। ਵਾਹਿਗੁਰੂ ਮਿਹਰ ਕਰੀ। ਕਿੰਨਾ ਕਰਜ਼ਾ ਇਹਦੇ ਸਿਰ? 92,000 ਜੀ। ਕਿੰਗਫਿਸ਼ਰ 에ਅਰਲਾਈਨ ਦਾ ਮਾਲਕ, ਹਜ਼ਾਰਾਂ ਕਰੋੜਾਂ ਰੁਪਏ ਕਰਜ਼ਾ ਉਹਦੇ ਸਿਰ ਤੇ। ਬੈਂਕ ਵਾਲਿਆਂ ਨੇ ਕਿਹਾ ਸੀ ਮਿਲ ਬੈਠ ਕੇ ਆਪਾਂ ਸੈਟਲਮੈਂਟ ਕਰ ਲੈਨੇ ਆ, ਪਰ ਕਿੱਥੇ, ਭੱਜ ਗਿਆ ਉਹ ਛੱਡ ਕੇ ਦੇਸ਼ ਮੁਲਕ। ਬਾਈ ਉਸ ਬੰਦੇ ਸਿਰ ਇੰਨਾ ਕਰਜ਼ਾ, ਉਹ ਖੁਦਕੁਸ਼ੀ ਕਿਉਂ ਨਹੀਂ ਕਰਦਾ? ਕਿਉਂਕਿ ਬੈਂਕਾਂ ਵਾਲੇ ਉਹਦੇ ਘਰ ਜਾ ਕੇ ਬੇਇੱਜ਼ਤੀ ਨਹੀਂ ਕਰਦੇ, ਮਿੰਨਤਾਂ ਕਰਦੇ ਨੇ ਉਹਦੀਆਂ। ਫਰਕ ਸਿਰਫ ਸਵੈਮਾਨ। ਅਸੀਂ ਮਿਹਨਤ ਕਰਦੇ ਹਾਂ ਅਤੇ ਅਣਖ ਨਾਲ ਜਿਉਂਦੇ। ਇਹ ਲੋਕ ਸਾਡੀ ਮਿਹਨਤ ਦੀ ਕਮਾਈ ਤੇ ਐਸ਼ ਕਰਦੇ ਨੇ ਅਤੇ ਸਾਡਾ ਪੈਸਾ ਡਬੋ ਕੇ ਬੜੀ ਬੇਸ਼ਰਮੀ ਨਾਲ ਕਹਿੰਦੇ ਨੇ ਕਿ ਕਰਜ਼ਾ ਵਾਪਸ ਕਰਨਾ ਸਾਡੀ ਜ਼ਿੰਮੇਵਾਰੀ ਹੈ। ਤੇ ਤੁਸੀਂ ਪਿੰਡ ਛੱਡ ਕੇ ਕਿੱਥੇ ਜਾਓਗੇ? ਤੁਹਾਡੇ ਤਾਂ ਰਿਸ਼ਤੇਦਾਰਾਂ ਨੇ ਵੀ ਤੁਹਾਨੂੰ ਤਾਨੇ ਮਿਹਣੇ ਦੇ ਦੇ ਕੇ ਜੀਣਾ ਦੂਬਰ ਕਰ ਦੇਣਾ। ਪਰ ਇਹ ਤਾਂ ਦੇਸ਼ ਛੱਡ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਐਸ਼ਪ੍ਰਸਤੀ ਦੀ ਜ਼ਿੰਦਗੀ ਜਿਉ ਸਕਦੇ ਨੇ। ਲਿਆਓ ਮੈਂ ਲੈ ਕੇ ਆਉਣਾ। ਵਾਹਿਗੁਰੂ ਬਖਸ਼ੀ ਮਾਲਕ। ਹੈਲੋ। ਹਾਂ ਬਈ, ਮੈਂ ਜਿਹੜਾ ਤੈਨੂੰ ਕੰਮ ਕਿਹਾ ਸੀ ਉਹਦਾ ਕੀ ਬਣਿਆ? ਉਹ ਤੁਸੀਂ ਫਿਕਰ ਨਾ ਕਰੋ ਸਾਹਿਬ ਜੀ, ਮੈਂ ਸਾਰਾ ਪ੍ਰਬੰਧ ਕੀਤਾ ਹੋਇਆ। ਉਹ ਯਾਰ ਤੂੰ ਸਵਾਹ ਦਾ ਪ੍ਰਬੰਧ ਕੀਤਾ ਹੋਇਆ ਹੈ। 7 ਦਿਨ ਹੋ ਗਏ ਤੈਨੂੰ ਕੰਮ ਕਹੇ ਨੂੰ, ਹਲੇ ਤੱਕ ਤਾਂ ਕੁਝ ਬਣਿਆ ਨਹੀਂ ਯਾਰ। ਜਨਾਬ ਤੁਸੀਂ ਉਹ ਗਾਣਾ ਨਹੀਂ ਸੁਣਿਆ? ਤੇਰਾ ਦਿਮਾਗ ਖਰਾਬ ਹੋ ਗਿਆ। ਮੈਂ ਕੀ ਗੱਲ ਕਰ ਰਿਹਾ ਤੇ ਤੂੰ ਮੈਨੂੰ ਗਾਣੇ ਸੁਣਾ ਰਿਹਾ। ਉਹ ਸਾਹਿਬ ਕਮਾਲ ਹੈ ਯਾਰ। ਉਹ ਇੱਕ ਤਾਂ ਤੁਸੀਂ ਟੈਨਸ਼ਨ ਬਾਹਲੀ ਲੈਂਦੇ ਹੋ। ਉਹ ਸਾਹਿਬ ਜੀ ਛੱਡੋ ਟੈਨਸ਼ਨਾਂ, ਤੁਸੀਂ ਗਾਣਾ ਸੁਣੋ। ਉਹ ਯਾਰ ਕੀ ਤੂੰ ਵੀ, ਚੱਲ ਸੁਣਾ ਫਿਰ, ਕੀ ਕਹਿੰਦਾ ਬੋਲ। ਮਾਂ ਕੀ ਹੋਇਆ ਬੀਬੀ? ਦੀਪੇ ਤੂੰ ਠੀਕ ਹੈ ਪੁੱਤ? ਮੈਨੂੰ ਕੀ ਹੋਣਾ? ਆਇਆ ਬੀਬੀ, ਹੁਣ ਤੂੰ ਡਰਨਾ, ਕੋਈ ਦਿਨ ਭੈੜਾ ਸੁਪਨਾ ਆਇਆ ਉਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਰਮਦਾਸੀਆਂ ਵਾਲੀ ਥਾਈ 'ਚ ਪਹੁੰਚੋ ਸਾਰੇ ਜਣੇ, ਜ਼ਰੂਰੀ ਮੀਟਿੰਗ ਹੈ ਭਾਈ। 1990 ਤੋਂ ਬਾਅਦ ਸ਼ੁਰੂ ਹੋਈਆਂ ਆਰਥਿਕ ਨੀਤੀਆਂ ਤੇ ਨਵ ਉਦਾਰਵਾਦੀ ਨੀਤੀਆਂ ਕਾਰਨ ਕਿਸਾਨਾਂ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਹੈ। ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਖਾਦ ਬੀਜ ਵਰਗੀਆਂ ਖੇਤੀਬਾੜੀ ਵਿੱਚ ਜ਼ਰੂਰੀ ਮੁੱਢਲੀਆਂ ਵਸਤੂਆਂ ਤੇ ਆਤਮ ਨਿਰਭਰ ਨਾ ਹੋ ਕੇ ਬਹੁ ਕੌਮੀ ਕੰਪਨੀਆਂ ਤੇ ਨਿਰਭਰ ਹੋ ਕੇ ਰਹਿ ਗਿਆ। ਇਸੇ ਖੇਤੀ ਮਾਡਲ ਨੇ ਸਾਡੇ ਕੁਦਰਤੀ ਵਾਤਾਵਰਣ ਅਤੇ ਜਲਵਾਯੂ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਵੱਧ ਰਹੀ ਮਸ਼ੀਨਰੀ ਤੇ ਖੇਤੀ ਦੇ ਖਰਚੇ ਔਰ ਰਸਾਇਣਿਕ ਖਾਦਾਂ ਔਰ ਪਹੁੰਚ ਤੋਂ ਬਾਹਰ ਹੋਈ ਮਸ਼ੀਨਰੀ ਹੈ। ਖੇਤੀਬਾੜੀ ਕਿੱਤੇ ਨਾਲ ਸੰਬੰਧਿਤ ਰੋਜ਼ਗਾਰ ਦਿਨ ਪਰ ਦਿਨ ਘਟਦਾ ਚਲਾ ਗਿਆ ਅਤੇ ਮਸ਼ੀਨਰੀ ਤੇ ਨਿਰਭਰਤਾ ਵੱਧਦੀ ਚਲੀ ਗਈ। ਹਾਲਾਤ ਇਹ ਹੋ ਗਏ ਕਿ ਅਸੀਂ ਮਹਿੰਗੀਆਂ ਦਰਾਂ ਤੇ ਮੋਟੀਆਂ ਰਕਮਾਂ ਦੇ ਕਰਜ਼ੇ ਲੈ ਰਹੇ ਹਾਂ। ਇਸ ਤੋਂ ਇਲਾਵਾ ਜੇਕਰ ਸਾਡੀ ਫਸਲ ਕੁਦਰਤੀ ਆਫਤਾਂ ਨਾਲ ਖਰਾਬ ਹੁੰਦੀ ਹੈ ਤਾਂ ਵੀ ਸਾਨੂੰ ਇਹਨਾਂ ਕਰਜ਼ਿਆਂ ਤੇ ਨਿਰਭਰ ਹੋਣਾ ਪੈਂਦਾ ਹੈ। ਅਗਰ ਅਜਿਹਾ ਨਹੀਂ ਕਰਦੇ ਤਾਂ ਅਗਲੀ ਫਸਲ ਵੀ ਨਹੀਂ ਬੀਜ ਸਕਦੇ। ਛੋਟੇ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਤੇ ਮਹਿੰਗੀ ਮਸ਼ੀਨਰੀ ਦੇ ਖਰਚੇ ਪੂਰੇ ਕਰਨ ਲਈ ਜ਼ਮੀਨਾਂ ਠੇਕੇ ਤੇ ਲੈ ਕੇ ਵਾਹੀ ਕਰਨੀ ਪੈਂਦੀ। ਬੈਂਕਾਂ, ਸ਼ਾਹੂਕਾਰ, ਆੜਤੀਏ ਜਦੋਂ ਸਾਡੇ ਦਰਵਾਜ਼ੇ ਤੇ ਆ ਕੇ ਸਾਡੀ ਬੇਇੱਜ਼ਤੀ ਕਰਦੇ ਨੇ, ਸਾਨੂੰ ਬੜੀ ਹੀ ਨਮੋਸੀ ਦਾ ਸਾਹਮਣਾ ਕਰਨਾ ਪੈਂਦਾ। ਇੱਥੋਂ ਤੱਕ ਕਿ ਬੈਂਕਾਂ ਵਿੱਚ ਡਿਫਾਲਟਰ ਕਿਸਾਨਾਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ। ਚਾਰੇ ਪਾਸੇ ਤੋਂ ਸਾਡੀ ਬੇਇੱਜ਼ਤੀ ਹੋ ਰਹੀ ਹੈ ਤੇ ਕਿਸਾਨ ਖੁਦਕੁਸ਼ੀ ਨਾ ਕਰੇ ਤਾਂ ਹੋਰ ਕੀ ਕਰੇ। 2013 ਤੋਂ ਲੈ ਕੇ 2015 ਤੱਕ ਵੱਡੀਆਂ ਕੰਪਨੀਆਂ ਦਾ 1,14,000 ਕਰੋੜ ਰੁਪਇਆ ਕਰਜ਼ਾ ਮਾਫ ਕੀਤਾ ਜਾ ਚੁੱਕਾ ਹੈ। ਪਰ ਖੇਤੀ ਸੈਕਟਰ ਵਿੱਚ ਕਿਸਾਨਾਂ ਲਈ ਇਹੋ ਜਿਹੀ ਕੋਈ ਤਜਵੀਜ਼ ਨਹੀਂ। ਸਗੋਂ ਕਿਸਾਨਾਂ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਗਿਆ ਹੈ ਤੇ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਪਹਿਲੇ ਨੰਬਰ ਤੇ ਪੰਜਾਬ ਦੂਸਰੇ ਨੰਬਰ ਤੇ ਖੜਾ ਹੈ। ਚੰਗਾ ਵੀ ਕਿਸਾਨ ਵੀਰੋ, ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਿਓ ਤਾਂ ਕਿ ਆਪਾਂ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਾ ਸਕੀਏ। ਹੁਣ ਸਾਨੂੰ ਆਗਿਆ ਦਿਓ। ਬਾਈ ਕੱਤਰ ਨੇ ਤਾਂ ਕਮਾਲ ਹੀ ਕਰਤੀ। ਅਗਲਾ ਸਰਪੰਚ ਤੋਂ ਜਮੇ ਨਹੀਂ ਜਕਿਆ, ਨਾ ਡਾਂਗਾਂ ਤੋਂ ਡਰਿਆ। ਹਾਂ ਯਾਰ, ਜਾਤੋਂ ਨਾ ਗੋਤੋਂ ਗੇਲਾ ਉਹਦਾ ਕੁਝ ਨਹੀਂ ਲੱਗਦਾ। ਉਹਦੀ ਔਲੀ ਆਪਦੇ ਸਿਰ ਲੈ ਲਈ ਮਾਂ ਦੇ ਪੁੱਤ ਨੇ। ਸੋਨੂੰ ਕੀ ਪਤਾ ਹੈ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ। ਇਹਦਾ ਜੇਲ੍ਹ ਚ ਆੜੀ ਬਣੇ ਨੇ। ਕੱਤਰ ਤੇ ਗੇਲਾ ਸਿਓ ਗੰਡੂਆਂ ਵਾਲਾ। ਉਹ ਯਾਰ ਜੇਲ੍ਹ ਚ ਆ ਕੇ ਕੱਤਰ ਸਿਆਣਾ ਹੋ ਗਿਆ। ਪਹਿਲਾਂ ਤਾਂ ਕਹੀ ਤੇ ਰੱਖ ਕੇ ਟੁੱਕ ਖਾਂਦਾ ਸੀ, ਪੈਰਾਂ 'ਚ ਅੱਗ ਲਾਈ ਰੱਖਦਾ ਸੀ, ਲੜਨ ਮਰਨ ਨੂੰ ਤਿਆਰ ਰਹਿੰਦਾ ਸੀ ਹਰੇਕ ਨਾਲ। ਚਲੋ ਖੈਰ,
ਦੇਖੀ ਚੱਲ ਮਰਦਾਨਿਆ, ਰੰਗ ਨੇ ਕਰਤਾਰ ਦੇ। ਔਕੜਾਂ ਦੇ ਅੱਗੇ ਆਪਾਂ ਕਦੇ ਨਹੀਂ ਹਾਰਨਾ, ਕਹਿਰਾਂ ਵਾਂਗੂ ਦਿਲ ਛੱਡ ਆਪਾਂ ਨਹੀਂ ਮਾਰਨਾ। ਔਕੜਾਂ ਦੇ ਅੱਗੇ ਆਪਾਂ ਕਦੇ ਨਹੀਂ ਹਾਰਨਾ, ਕਹਿਰਾਂ ਵਾਂਗੂ ਦਿਲ ਛੱਡ ਆਪਾਂ ਨਹੀਂ ਮਾਰਨਾ। ਫਲ ਸਬਰ ਦਾ ਮਿਲੂਗਾ ਜ਼ਰੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ। ਕੀ ਹਾਲ ਹੈ ਬਾਲੀ? ਚੱਕਦੀ ਰੇਸ ਹੁਣ ਮਾਰ ਲੈ ਫੀਤੇ ਨਾਲ ਲੈਣਾ, ਗਲੀ ਪਾ ਕੇ ਨਾ ਆ 5-5 ਮਰਲੇ ਦੇ ਪਲਾਟ ਕੱਟਣੇ ਸ਼ੁਰੂ ਕਰ ਦੋ। ਮੈਂ ਕਿਹਾ ਚੱਕ ਦਾਂਗੇ ਫੱਟੇ, ਪ੍ਰਵਾਹ ਨਾ ਮੰਨ ਬਾਈ। ਹਰ ਵਾਰ ਵੋਟਾਂ ਪੈਂਦੀਆਂ ਨੇ, ਸਰਕਾਰਾਂ ਬਦਲਦੀਆਂ ਨੇ, ਪਰ ਮੇਰੇ ਵੀਰੋ ਆਪਾਂ ਨੂੰ ਕੀ ਮਿਲਦਾ? ਇਹ ਰਾਜਨੀਤੀਵਾਨਾਂ ਦੇ ਝੂਠੇ ਵਾਅਦੇ, ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗੇ ਵਾਅਦਿਆਂ ਦੀ ਪੂਰਤੀ। ਸਾਨੂੰ ਸਭ ਤੋਂ ਪਹਿਲਾਂ ਪੂਰੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਵਾਸਤੇ ਕਦਮ ਪੁੱਟਣੇ ਪੈਣਗੇ। ਹੁਣ ਇਹ ਨਾ ਤਾਂ ਇੱਕ ਅੱਧੇ ਬੰਦੇ ਦਾ ਕੰਮ ਹੈ ਤੇ ਨਾ ਹੀ ਮੁੱਠੀ ਭਰ ਲੋਕ ਇਹਨੂੰ ਕਰ ਸਕਦੇ ਐ। ਸਾਥੀਓ, ਸਭ ਤੋਂ ਪਹਿਲਾਂ ਆ ਜਿਹੜੀਆਂ ਵੋਟਾਂ ਬਦਲੇ, ਜਿਹੜੇ ਸਾਨੂੰ ਇਹ ਸਬਸਿਡੀਆਂ ਦਿੰਦੇ ਐ, ਕਰਜ਼ੇ ਮੁਕਤੀ ਦੇ ਲਾਲਚ ਦਿੰਦੇ ਐ, ਠੀਕ ਹੈ, ਆ ਮੋਬਾਈਲ ਫੋਨਾਂ ਵਰਗੀਆਂ ਜਿਹੜੀਆਂ ਟੁੱਟੀਆਂ ਰੇਤਾਂ ਛੱਡਣੀਆਂ ਪੈਣਗੀਆਂ। ਕਦੀ ਤੁਸੀਂ ਇਹ ਸੋਚਿਆ ਇਹ ਨੇਤਾ ਲੋਕ ਸਾਨੂੰ ਇਹ ਮੁਫਤ ਬਿਜਲੀ, ਮੁਫਤ ਪਾਣੀ, ਮੁਫਤ ਲੈਪਟਾਪ, ਮੁਫਤ ਸਾਈਕਲ, ਮੁਫਤ ਵਾਈਫਾਈ, ਸਿਲਾਈ ਮਸ਼ੀਨਾਂ, ਧਾਰਮਿਕ ਸਥਾਨਾਂ ਦੀਆਂ ਸ਼ਹਿਰਾਂ, ਇਹਨਾਂ ਸਭ ਦੇ ਬਦਲੇ ਸਾਨੂੰ ਮੁਫਤ ਪੜ੍ਹਾਈ ਦੀ ਸਹੂਲਤ ਕਿਉਂ ਨਹੀਂ ਦਿੰਦੇ? ਉਹ ਤਾਂ ਕਰਕੇ ਵੀ ਜੇ ਮੇਰੇ ਵਰਗੇ ਮਾਤੜ ਪੜ੍ਹ ਲਿਖ ਕੇ ਮੁੱਲ ਦੀ ਲੜਾਈ ਝਗੜਾ ਲੈਣੋਂ ਹਟ ਜਾਣਗੇ, ਨਸ਼ਾ ਪੱਤਾ ਕਰਨੋਂ ਹਟ ਜਾਣਗੇ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਣਗੇ। ਜਾਗਰੂਕ ਹੋ ਗਏ, ਮੁੱਲ ਦੇ ਲੜਾਈ ਝਗੜੇ ਨਹੀਂ ਲਵਾਂਗੇ, ਨਸ਼ਾ ਪੱਤਾ ਨਹੀਂ ਕਰਾਂਗੇ। ਇਹ ਕਦੋਂ ਚਾਹੁੰਦੀ ਆ ਸਰਕਾਰ? ਜੇ ਇਸ ਤਰ੍ਹਾਂ ਹੋ ਗਿਆ ਨਾ, ਆ ਜਿਹੜੇ ਸਾਡੇ ਉੱਪਰ ਰਾਜ ਕਰਦੇ ਆ ਨਾ, ਸੜਕਾਂ ਉੱਪਰ ਆ ਜਾਣਗੇ। ਅਸੀਂ ਬਿਜਲੀ ਦੇ ਬਿੱਲ ਵੀ ਦੇਵਾਂਗੇ ਅਤੇ ਆਧੁਨਿਕ ਸਹੂਲਤਾਂ ਦਾ ਫਾਇਦਾ ਵੀ ਚੱਕਾਂਗੇ, ਪਰ ਆਪਣੇ ਦਮ ਤੇ। ਬਿਲਕੁਲ। ਓਏ ਆਖਿਰ ਆਪਾਂ ਕਦੋਂ ਤੱਕ ਆ 4-5 ਲੱਖ ਦੇ ਕਰਜ਼ੇ ਥੱਲੇ ਆ ਕੇ ਆਪਣੀਆਂ ਕੀਮਤੀ ਜਾਨਾਂ ਕਮਾਉਂਦੇ ਫਿਰਾਂਗੇ? ਪੰਜਾਬ ਉਹ ਰਾਜ ਹੈ ਜਿਸ ਨੇ ਦੇਸ਼ ਤੇ ਆਉਣ ਵਾਲੀ ਆਫਤ ਦਾ ਸਭ ਤੋਂ ਪਹਿਲਾਂ ਮੁਕਾਬਲਾ ਕੀਤਾ। ਆਓ ਅੱਜ ਆਪਾਂ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨਾਂ ਲਈ ਇੱਕ ਉਦਾਹਰਣ ਬਣੀਏ। ਉਹ ਨਾਲੇ ਅਸੀਂ ਸੂਰਬੀਰ ਯੋਧੇ ਬਹਾਦਰਾਂ ਦੀ ਸੰਤਾਨ ਆ, ਦੇਸ਼ ਕੌਮ ਤੋਂ ਜਾਨਾਂ ਵਾਰਨ ਵਾਲੇ। ਅਸੀਂ ਬੁਜ਼ਦਲਾਂ ਵਾਂਗੂ ਖੁਦਕੁਸ਼ੀਆਂ ਕਿਉਂ ਕਰੀਏ? ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ 2.5 ਏਕੜ ਤੱਕ ਦੀ ਜ਼ਮੀਨ ਵਾਲਿਆਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਨੇ। ਤੁਹਾਨੂੰ ਪਤਾ ਹੈ ਤੁਸੀਂ ਕੀ ਕਹਿ ਰਹੇ ਹੋ? 56,000 ਕਰੋੜ ਦੇ ਕਰਜ਼ੇ ਨੂੰ ਜੇ ਆਪਾਂ 3 ਲੱਖ ਕਿਸਾਨਾਂ ਦੇ ਵਿੱਚ ਵੰਡੀਏ ਤਾਂ ਮੰਤਰੀ ਸਾਹਿਬ ਇੱਕ ਕਿਸਾਨ ਦੇ ਸਿਰ 20 ਲੱਖ ਦਾ ਕਰਜ਼ਾ ਆਉਂਦਾ ਹੈ। ਜਿਹੜਾ ਕੰਮ ਲਗਾਤਾਰ 10 ਸਾਲ ਤੱਕ ਰਾਜ ਕਰਨ ਵਾਲੀਆਂ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਸੇ ਕੰਮ ਨੂੰ ਅਸੀਂ 1 ਸਾਲ ਜਾਂ 2 ਸਾਲ ਵਿੱਚ ਕਿਵੇਂ ਕਰ ਦਿਆਂਗੇ? ਭਾਵੇਂ ਮੈਂ ਸਮੇਂ ਦੀ ਸਰਕਾਰ ਵਿੱਚ ਮੰਤਰੀ ਹਾਂ, ਪਰ ਇੰਨੀ ਵੱਡੀ ਰਕਮ ਕਿਸੇ ਵੀ ਤਰੀਕੇ ਨਹੀਂ ਉਤਰ ਸਕਦੀ। ਉਤਰ ਸਕਦੀ ਆ ਮੰਤਰੀ ਸਾਹਿਬ। ਉਹ ਕਿਵੇਂ? ਸਾਨੂੰ ਪਤਾ ਕਿ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਪਰ ਜਨ ਸ਼ਕਤੀ ਸਭ ਕੁਝ ਕਰ ਸਕਦੀ ਹੈ। ਚਲੋ ਦੇਖਦੇ ਹਾਂ ਤੁਹਾਡੀ ਜਨ ਸ਼ਕਤੀ ਕੀ ਕਰਦੀ ਹੈ। ਮੇਰੀ ਕਿਤੇ ਜ਼ਰੂਰਤ ਹੋਵੇ ਤੇ ਮੈਨੂੰ ਜ਼ਰੂਰ ਦੱਸਣਾ। ਮੈਨੂੰ ਤੁਹਾਡੀ ਮਦਦ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਤੇਰੇ ਸਾਹਮਣੇ ਹੀ ਆ ਭਾਣਜਾ, 5 ਲੱਖ ਦਾ ਕਰਜ਼ਾ ਹੋਇਆ ਪਿਆ। ਇਹ ਦੱਸ ਕਿਵੇਂ ਉਤਰੂ? ਸਭ ਤੋਂ ਪਹਿਲਾਂ ਮਾਮਾ ਤੂੰ ਆਪਣਾ ਟਰੈਕਟਰ ਵੇਚ। ਉਹ ਫਿਰ ਮੈਂ ਖੇਤੀ ਕਿਵੇਂ ਕਰੂੰ?
ਦੀਪੇ ਜੇ ਟਰੈਕਟਰ ਵੇਚਦਾ ਖੇਤੀ ਕਾਹਦੇ ਨਾਲ ਕਰਾਂਗੇ ਪੁੱਤ? ਜੇ ਜੱਟ ਨੇ ਟਰੈਕਟਰ ਹੀ ਵੇਚਦਾ ਮੇਰੀ ਨੱਕ ਨਹੀਂ ਵੱਢੀ ਜਾਊ ਪਿੰਡ 'ਚ। ਅਸੀਂ ਇਸੇ ਸੋਚ ਤੋਂ ਤਾਂ ਬਾਹਰ ਕੱਢਣਾ ਹੈ ਮਾਮਾ, ਤੈਨੂੰ ਤੇ ਤੇਰੇ ਵਰਗਿਆਂ ਨੂੰ। ਉਹ ਟਰੈਕਟਰ ਵੇਚ ਕੇ ਤੇਰਾ ਕਰਜ਼ਾ 2.5 ਲੱਖ ਰਹਿੰਦਾ ਮਾਮਾ, ਯਾਨੀ ਕਿ ਅੱਧਾ। ਪਰ ਮੈਂ ਖੇਤੀ ਕਿਵੇਂ ਕਰੂੰ? ਖੇਤੀ ਤੇਰੀ ਅਸੀਂ ਕਰਾਂਗੇ ਲਾਣੇਦਾਰਾ, ਬਸ ਜਿਵੇਂ ਕਿਹਾ ਨਾ ਉਵੇਂ ਕਰੀ ਜਾ। ਤੇ ਮਾਮੀ ਜੀ ਤੁਸੀਂ ਡੰਗਰਾਂ ਵੱਲ ਧਿਆਨ ਦਿਓ। ਇਸ ਪਿੰਡ ਦੇ ਨਾ 40 ਕਿਸਾਨ ਕਰਜ਼ੇ ਦੀ ਮਾਰ ਹੇਠ, ਜੇਕਰ ਅਸੀਂ ਉਹਨਾਂ ਦੇ ਸੰਦ ਹੀ ਵੇਚ ਦਈਏ ਉਹਨਾਂ ਦਾ ਅੱਧ ਤੋਂ ਜ਼ਿਆਦਾ ਕਰਜ਼ਾ ਉਤਰਦਾ। ਨਾਲੇ ਸਾਰੇ ਪਿੰਡ 'ਚ ਖੇਤੀ ਕਰਨ ਵਾਸਤੇ 5 ਟਰੈਕਟਰਾਂ ਦੀ ਲੋੜ ਹੈ, ਇਹਨਾਂ ਦਾ ਪ੍ਰਬੰਧ ਕਰ ਹੀ ਦਿੱਤਾ ਹੈ। ਬਿਲਕੁਲ। ਪਿੰਡ ਦੇ ਦੂਸਰੇ ਕਿਸਾਨ ਆਪਣੀ ਮਸ਼ੀਨਰੀ ਨਾਲ ਇਹਨਾਂ ਦੀ ਖੇਤੀ ਕਰਨਗੇ। ਉਹਨਾਂ ਦੇ ਇਸ ਪ੍ਰਕਾਰ ਨਾਲ ਕੰਮ ਕਰਨ ਨਾਲ, ਉਹਨਾਂ ਦੀ ਮਸ਼ੀਨਰੀ ਵਰਤਣ ਨਾਲ, ਕਿਰਾਏ ਵਜੋਂ ਮਿਲੀ ਰਕਮ ਨਾਲ ਵੀ ਉਹਨਾਂ ਦੀ ਆਮਦਨੀ 'ਚ ਵਾਧਾ ਹੋਊਗਾ। ਨਾਲੇ ਜਿਹੜੀ ਬੇਲੋੜੀ ਮਜ਼ਦੂਰੀ, ਬੇਲੋੜੀਆਂ ਖਾਦ ਖੁਰਾਕਾਂ ਜੇਕਰ ਇਹ ਬੰਦ ਕਰ ਦੇਣ ਤਾਂ ਇਹਨਾਂ ਨੂੰ ਆਪਾਂ ਨਾ ਹੱਥੀਂ ਕੰਮ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ। ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਦਵਾਈ ਜਾਊਗੀ, ਨਾਲੇ ਜੇ ਲੋੜ ਪਈ ਤਾਂ ਵਿੱਤੀ ਸਹਾਇਤਾ ਵੀ ਦਵਾਈ ਜਾਊਗੀ। ਸਾਨੂੰ ਪੰਜਾਬ ਦੇ ਹਰੇਕ ਪਿੰਡ ਵਿੱਚ 10 ਮੈਂਬਰੀ ਕਰਜ਼ਾ ਮੁਕਤੀ ਕਮੇਟੀ ਗਠਨ ਕਰਨ ਤੱਕ ਹੀ ਔਖਾ ਹੋਊਗੀ। ਉਸ ਤੋਂ ਬਾਅਦ ਸਾਡਾ ਸਾਰਾ ਪ੍ਰੋਗਰਾਮ ਲਾਗੂ ਹੋ ਜਾਊਗਾ। ਔਕੜਾਂ ਦੇ ਅੱਗੇ ਆਪਾਂ ਕਦੇ ਨਹੀਂ ਹਾਰਨਾ, ਕਹਿਰਾਂ ਵਾਂਗੂ ਦਿਲ ਛੱਡ ਆਪਾਂ ਨਹੀਂ ਮਰਨਾ। ਔਕੜਾਂ ਦੇ ਅੱਗੇ ਆਪਾਂ ਕਦੇ ਨਹੀਂ ਹਾਰਨਾ, ਕਹਿਰਾਂ ਵਾਂਗੂ ਦਿਲ ਛੱਡ ਆਪਾਂ ਨਹੀਂ ਮਰਨਾ। ਫਲ ਸਬਰ ਦਾ ਮਿਲੂਗਾ ਜ਼ਰੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ ਰੰਬਿਆ, ਮੰਜ਼ਲਾਂ ਤਾਂ ਤੇਰੀਆਂ ਨੇ ਦੂਰ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ। ਤੁਸੀਂ ਨੌਜਵਾਨਾਂ ਨੇ ਜਿਹੜਾ ਚੈਲੰਜ ਮੈਨੂੰ ਦਿੱਤਾ ਸੀ ਉਹ ਪੂਰਾ ਕਰ ਵਿਖਾਇਆ। ਜਿਹੜਾ ਕੰਮ ਸਰਕਾਰ ਦੇ ਵੱਡੇ ਵੱਡੇ ਨੀਤੀਵਾਨ ਨਹੀਂ ਕਰ ਸਕੇ ਉਹ ਤੁਸੀਂ ਕਰ ਦਿਖਾਇਆ। ਵਾਹ, ਬਹੁਤ ਖੂਬ। ਉਹ ਮੰਤਰੀ ਸਾਹਿਬ, ਆ ਲੋਕਾਂ ਦਾ ਕਰਜ਼ਾ ਤਾਂ ਉਤਰ ਗਿਆ, ਹੁਣ ਆ ਪੰਜਾਬ ਸਰਕਾਰ ਵਾਲਾ ਵੀ ਤਾਰੀਏ। ਸਰਕਾਰ ਦਾ ਐਡਾ ਵੱਡਾ ਕਰਜ਼ਾ ਹੈ, ਇਹ ਕਿਵੇਂ ਉਤਰੂ? ਮੰਤਰੀ ਸਾਹਿਬ, ਇਹ ਸਾਰਾ ਸਰਕਾਰ ਦਾ ਕਰਜ਼ਾ 1 ਸਾਲ ਦੇ ਵਿੱਚ ਉਤਰ ਸਕਦਾ ਹੈ। ਅੱਛਾ, ਉਹ ਕਿਵੇਂ? ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਮੰਤਰੀ ਸਾਹਿਬ, ਸਾਡੇ ਦੁਆਰਾ ਇੱਕ ਕਮੇਟੀ ਬਣਾਈ ਗਈ ਹੈ, ਤਾਲਮੇਲ ਕਮੇਟੀ। ਉਹ ਅਸਾਂ ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਇੱਕ ਗਰੁੱਪ ਨਾਲ ਜੋੜ ਦਿੱਤਾ ਹੈ, ਜਿਸ ਦਾ ਨਾਂ ਕਰਜ਼ਾ ਮੁਕਤੀ ਗਰੁੱਪ ਹੈ। ਜੇ ਮੰਤਰੀ ਸਾਹਿਬ ਸਾਡੀ ਤਾਲਮੇਲ ਕਮੇਟੀ ਦਾ ਇੱਕ ਮੈਸੇਜ ਫਲੈਸ਼ ਹੋ ਗਿਆ ਤਾਂ ਪੰਜਾਬ ਸਰਕਾਰ ਦਾ ਸਾਰਾ ਕਰਜ਼ਾ 1 ਮਹੀਨੇ 'ਚ ਸਾਫ਼ ਹੋ ਜੂ। ਸਹੀ ਗੱਲ ਦੱਸਾਂ ਬਰਖੁਰਦਾਰ, ਮੇਰੀ ਸਮਝ ਤਾਂ ਕੁਝ ਨਹੀਂ ਆ ਰਿਹਾ। ਮੰਤਰੀ ਸਾਹਿਬ, ਪਿਛਲੇ 1 ਸਾਲ ਤੋਂ ਹੁਣ ਪੰਜਾਬ ਦੇ ਲੋਕ ਨਸ਼ੇ ਨਹੀਂ ਕਰ ਰਹੇ, ਬੇਲੋੜੀ ਮਜ਼ਦੂਰੀ ਲਈ ਪ੍ਰਵਾਸੀਆਂ ਤੇ ਨਿਰਭਰ ਨਹੀਂ, ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਚੁੱਕੇ ਹਨ। ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਹਰ ਕਿਸਾਨ ਕੋਲੇ ਘਰ ਦਾ ਖਰਚਾ ਚਲਾਉਣ ਵਾਸਤੇ ਇੱਕ ਸਹਾਇਕ ਧੰਦਾ, ਉਸ ਕਿਸਾਨ ਦੀਆਂ ਦੋਵੇਂ ਫਸਲਾਂ ਉਸ ਦਾ ਸ਼ੁੱਧ ਲਾਭ ਨੇ। ਨਾਲੇ ਸਾਡੀ ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦਾ ਕੋਈ ਵੀ ਕਿਸਾਨ ਕੀਮਤ ਸੂਚਕ ਅੰਕ ਤੋਂ ਬਿਨਾਂ ਆਪਣੀ ਫਸਲ ਵੇਚੂਗਾ ਹੀ ਨਹੀਂ। ਉਹਦੇ ਨਾਲ ਕੀ ਹੋਏਗਾ? ਹੋਵੇਗਾ ਇਹ ਕਿ ਕੀਮਤ ਸੂਚਕ ਅੰਕ ਨਾਲ ਝੋਨੇ ਤੇ ਕਣਕ ਦਾ ਭਾਅ ਜੋ ਵੀ ਹੋਵੇਗਾ ਉਹ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਭਾਅ ਨਾਲੋਂ ਦੁੱਗਣਾ ਹੋਵੇਗਾ। ਜੇਕਰ ਕਿਸਾਨ ਆਪਣੀ ਫਸਲ ਨਹੀਂ ਵੇਚਣਗੇ ਤਾਂ ਮਜਬੂਰਨ ਕੇਂਦਰ ਸਰਕਾਰ ਨੂੰ ਇਹ ਅਨਾਜ ਕੀਮਤ ਸੂਚਕ ਅੰਕ ਅਨੁਸਾਰ ਤੈਅ ਕੀਤੀ ਕੀਮਤ ਤੇ ਖਰੀਦਣਾ ਪਵੇਗਾ। ਜੇਕਰ ਪੰਜਾਬ ਦੇ ਸਾਰੇ ਕਿਸਾਨ ਮੌਜੂਦਾ ਤੈਅ ਕੀਮਤ ਤੋਂ ਵੱਧ ਮਿਲੀ ਰਕਮ ਨੂੰ ਪੰਜਾਬ ਸਰਕਾਰ ਦਾ ਕਰਜ਼ਾ ਮੋੜਨ ਲਈ ਬਣਾਏ ਫੰਡ ਵਿੱਚ ਆਪਣੇ ਯੋਗਦਾਨ ਵਜੋਂ ਪਾ ਦੇਣ ਤਾਂ ਸਾਡੀ ਸਰਕਾਰ ਆਪਣੇ ਸਿਰ ਚੜੇ ਕਰਜ਼ੇ ਨੂੰ ਲਾਹੁਣ ਦੇ ਸਮਰਥ ਹੋਵੇਗੀ। ਚਲਿਏ ਜਨਾਬ, ਮੀਟਿੰਗ ਦਾ ਟਾਈਮ ਹੋ ਗਿਆ। ਚੱਲਣਾ ਹੀ ਪਊ। ਹੁਣ ਰਾਜਨੀਤੀ ਵਿੱਚ ਰਹਿ ਵੀ ਕੀ ਗਿਆ, ਇਹ ਲੋਕ ਤਾਂ ਉਲਟਾ
ਸਰਕਾਰਾਂ ਨੂੰ ਕਰਜ਼ਾ ਦੇਣ ਲੱਗ ਪਏ। ਲੈ ਆਹ ਦੇਖ ਲੈ, ਓਏ ਹੁਣ ਜੇ ਟੂਟੀ ਆਉਣ ਲੱਗੀ ਇਹਨੂੰ ਬੰਦ ਤਾਂ ਕਰ ਦਿਆ ਕਰੋ ਕਿ ਪੰਜਾਬ 'ਚੋਂ ਪਾਣੀ ਮੁਕਾ ਕੇ ਸਾਹ ਲਓਗੇ।